ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਅਸੀਂ 7 ਪੌੜੀਆਂ ਦਾ ਪਾਠ ਇੱਥੇ ਕੀਤਾ ਸੀ ਜੀ। ਅੱਜ 8ਵੀਂ ਪੌੜੀ ਦਾ ਪਹਿਲਾ ਸ਼ਲੋਕ ਆਰੰਭ ਹੋਏਗਾ। ਸ਼ਲੋਕ ਮਹਿਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਬਰਖੰਡਾਂ। ਜੇਕਰ ਥੋੜਾ ਜਿਹਾ ਹੋਰ ਅਸੀਂ ਧਿਆਨ ਦੇਈਏ ਤਾਂ ਦੇਖੋ, ਸਾਰੇ ਜਿੰਨੇ ਸ਼ਬਦ ਅਸੀਂ ਪੜ੍ਹ ਰਹੇ ਹਾਂ ਸਾਰਿਆਂ ਦੇ ਅਖੀਰ ਤੇ ਕੰਨੇ ਨਾਲ ਬਿੰਦੀ ਲੱਗੀ ਹੋਈ ਆ। ਹਰੇਕ ਲਾਈਨ ਦੇ ਅਖੀਰ ਤੇ ਜਿੱਥੇ ਤੱਤੇ ਦੇ ਕੰਨੇ ਉੱਤੇ ਨਾਲ ਬਿੰਦੀ ਵੀ ਹੈ, ਅੱਗੇ ਹਾਹਾ ਮੁਕਤਾ ਵੀ ਹੈ, ਉੱਥੇ ਸਾਨੂੰ ਥੋੜਾ ਜਿਹਾ ਪਾਠ ਹੋਰ ਸਾਵਧਾਨੀ ਨਾਲ ਕਰਨਾ ਪਏਗਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ। ਖੇਤਾਂ ਥੋੜਾ ਸਾਨੂੰ ਹਾਹੇ ਵੱਲ ਵੀ ਧਿਆਨ ਦੇਣਾ ਪਏਗਾ, ਔਰ ਸਾਰੇ ਜਿੰਨੇ ਅਖੀਰ ਤੁਕਾਂਤ ਹੈ ਉੱਥੇ ਸਾਨੂੰ ਹਾਹੇ ਵੱਲ ਧਿਆਨ ਜ਼ਰੂਰ ਦੇਣਾ ਪਏਗਾ। ਇੱਕ ਵਾਰੀ ਫਿਰ ਦੁਬਾਰਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਬਰਖੰਡਾਂ। ਅੰਡਜ ਜੇਰਜ ਜੇਰਜ ਪੁੱਤ ਭੁਜਾਂ ਖਾਣੀ ਸੇਖ ਜਾਂ। ਅਜੇ ਵੀ ਹਾਹਾ ਸਾਇਲੈਂਟ ਹੋ ਰਿਹਾ, ਥੋੜਾ ਧਿਆਨ 'ਚ ਰੱਖੋ। ਖੇਤਾਂ ਤਾਂ ਵਰਪੰਡਾਂ ਡਾਂ ਵਰਪੰਡਾਂ ਡਾਂ ਡਾਂ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਬਰਖੰਡਾਂ। ਅੰਡਜ ਜੇਰਜ ਪੁੱਤ ਭੁਜਾਂ ਖਾਣੀ ਸੇਕ ਜਾਂ। ਸੋ ਮਿਤ ਜਾਣੈ ਨਾਨਕ ਸਰਾਂ ਮੇਰਾ ਜਨਤਾ। ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ। ਜਿਨ ਕਰਤੈ ਕਰਣਾ ਕੀਆ ਚਿੰਤਾ ਭੇ ਕਰਨੀ ਤਾਂ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਤਿਸ ਜੋਹਾਰੀ ਸਵਸਤ ਤਿਸ ਦੀਵਾਨ ਅਭਗ। ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਮਹਿਲਾ ਪਹਿਲਾ। ਸਤਿਗੁਰੂ ਜੀ ਨੇ ਇਸ ਸ਼ਲੋਕ ਦੇ ਅੰਦਰ ਬਹੁਤ ਸਾਰੀ ਸਾਡੇ ਇਸ ਵਾਤਾਵਰਨ ਦੀ ਨਾਂ ਲੈ ਕੇ ਗੱਲ ਕੀਤੀ ਹੈ। ਵੱਖ-ਵੱਖ ਸਤਿਗੁਰੂ ਜੀ ਨੇ ਪਛਾਣ ਬਣਾਉਂਦਿਆਂ, ਨਾਂ ਲੈਂਦਿਆਂ ਸਾਡਾ ਧਿਆਨ ਦਿਵਾਇਆ, ਜਿਵੇਂ ਕਿ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ। ਹੁਣ ਪੁਰਖਾਂ ਭਾਵ ਆਦਮੀ ਮਨੁੱਖ, ਬਿਰਖਾਂ ਭਾਵ ਦਰਖਤ। ਤੀਰਥਾਂ ਦਾ ਪਤਾ ਹੈ ਵੀ ਸਾਨੂੰ ਤੀਰਥ
ਜਿੱਥੇ ਲੋਕਾਂ ਲਈ ਨਹਾਉਣ ਦਾ ਪ੍ਰਬੰਧ ਹੈ। ਮਨੁੱਖ ਇਸ਼ਨਾਨ ਕਰਕੇ ਪਵਿੱਤਰ ਹੋ ਜਾਂਦੇ ਨੇ, ਮੰਨਿਆ ਜਾਂਦਾ ਇੱਦਾਂ। ਤੱਟਾਂ, ਨਦੀਆਂ ਦੇ ਕੰਢੇ, ਮੇਘਾਂ, ਬੱਦਲਾਂ ਦੀ ਗੱਲ, ਖੇਤਾਂ ਜਿੱਥੇ ਫਸਲਾਂ ਪੈਦਾ ਹੁੰਦੀਆਂ ਨੇ, ਕਿਸਾਨ ਕਿਰਸਾਨੀ ਕਰਦਾ ਹੈ, ਖੇਤਾਂ ਦੀ ਗੱਲ, ਦੀਪਾਂ, ਲੋਆਂ, ਮੰਡਲਾਂ, ਖੰਡਾਂ, ਵਰਪੰਡਾਂ। ਜਿਵੇਂ ਸਾਡੀ ਇਹ ਧਰਤੀ ਹੈ, ਸਾਡੀ ਇਸ ਧਰਤੀ ਵਰਗੀਆਂ ਹੋਰ ਕਈ ਧਰਤੀਆਂ, ਜਿਵੇਂ ਸਾਡੀ ਇੱਕ ਗਲੈਕਸੀ ਹੈ, ਇਹਦੇ ਵਰਗੀਆਂ ਹੋਰ ਕਈ ਗਲੈਕਸੀਆਂ, ਜਿਵੇਂ ਸਾਡਾ ਇੱਕ ਮੰਡਲ ਹੈ, ਇਸ ਵਰਗੇ ਹੋਰ ਕਈ ਮੰਡਲ, ਯਾਨੀ ਇੱਕ ਤੋਂ ਵੱਧ ਕੇ ਬਹੁਤ ਕੁਛ ਹੋਰ। ਅੰਡਜ, ਜੇਰਜ, ਉਤਭੁਜਾਂ, ਖਾਣੀ, ਸੇਤਜਾਂ। ਇੱਕ ਪੁਰਾਣਾ ਖਿਆਲ ਗੁਰਮਤਿ ਤੋਂ ਪਹਿਲਾਂ ਵੀ ਇਹ ਪ੍ਰਚਲਿਤ ਤੁਰਿਆ ਆ ਰਿਹਾ ਹੈ ਕਿ 4 ਖਾਣੀਆਂ ਤੋਂ ਇਹ ਸੰਸਾਰ ਪੈਦਾ ਹੋ ਰਿਹਾ ਹੈ। ਅੰਡਿਆਂ ਤੋਂ, ਜੇਰ ਤੋਂ, ਸਿੱਲ ਤੋਂ, ਪਸੀਨੇ ਵਗੈਰਾ ਤੋਂ, ਤੇ ਧਰਤੀ ਵਿੱਚੋਂ ਜੋ ਸਾਰਾ ਕੁਝ ਉੱਗ ਰਿਹਾ ਹੈ। ਇਹਨਾਂ 4 ਖਾਣੀਆਂ ਨੂੰ ਮੰਨਿਆ ਜਾ ਰਿਹਾ। ਸਤਿਗੁਰੂ ਨੇ 4ਾਂ ਦਾ ਹੀ ਜ਼ਿਕਰ ਕੀਤਾ। ਅੱਗੇ ਕਹਿੰਦੇ ਨੇ ਸੋ ਮਿਤ ਜਾਣੇ। ਮਿਤ ਦਾ ਅਰਥ ਹੈ ਮਿਣਤੀ, ਭਾਵ ਗਿਣਤੀ। ਇਹੋ ਜਿਹਾ ਕੁਝ ਹੋਰ ਕਿੰਨਾ ਹੈ, ਇਹ ਮਿਣਤੀ ਉਹ ਆਪ ਹੀ ਜਾਣਦਾ ਹੈ। ਇਹੋ ਜਿਹਾ ਹੋਰ ਕਿੰਨਾ ਹੈ, ਇਹ ਮਿਣਤੀ ਉਹ ਆਪ ਹੀ ਜਾਣਦਾ ਹੈ। ਸਰਾਂ ਮੇਰਾ ਜਨਤਾ। ਸਤਿਗੁਰੂ ਨੇ ਇਸ ਸਾਰੇ ਸ਼ਲੋਕ ਦੇ ਅੰਦਰ ਜਿਹੜਾ ਨਿਰਣਾ ਲਿਆਂਦਾ ਹੈ ਨਾ, ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ। ਹੇ ਨਾਨਕ, ਜਿਵੇਂ ਆ ਬਾਕੀ ਸਾਰਾ ਕੁਝ ਬਣਾ ਕੇ ਜਿਹੜਾ ਇਸ ਬ੍ਰਹਿਮੰਡ ਜਾਂ ਬ੍ਰਹਿਮੰਡ ਤੋਂ ਵੀ ਪਾਰ ਦਾ ਸਿਲਸਿਲਾ ਆ, ਇਹ ਸਾਰਾ ਇੱਕ ਹੁਕਮ ਦੇ ਅਧੀਨ ਬੱਝਾ ਹੋਇਆ ਚੱਲ ਰਿਹਾ ਤੇ ਸੰਭਾਲਿਆ ਜਾ ਰਿਹਾ ਹੈ। ਸੰਭਾਲੇ ਸਭਨਾ, ਸਭਨਾ ਸਾਰਿਆਂ ਨੂੰ ਸੰਭਾਲ ਰਿਹਾ ਹੈ। ਕਮਾਲ ਦੀ ਗੱਲ ਦੇਖਿਓ ਤੁਸੀਂ। ਸੋ ਕਰਤਾ ਚਿੰਤਾ ਕਰੇ। ਇਹ ਸਾਰਾ ਕੁਝ ਨੂੰ ਪੈਦਾ ਕਰਕੇ ਇਹਦੀ ਸਾਰ ਲੈਣੀ, ਇਹਦਾ ਫਿਕਰ ਕਰਨਾ, ਇਹ ਕਰਤੇ ਨੂੰ ਹੀ ਹੈ। ਉਹ ਇਹਨੂੰ ਸਾਰੇ ਨੂੰ ਬਣਾ ਕੇ ਇਸ ਸਾਰੇ ਨੂੰ ਇੱਕ ਹੁਕਮ ਦੇ ਅਧੀਨ ਚਲਾ ਰਿਹਾ ਹੈ, ਸੰਭਾਲ ਰਿਹਾ ਹੈ। ਇਹ ਉਹ ਆਪ ਕਰ ਰਿਹਾ ਹੈ। ਸਤਿਗੁਰੂ ਆਖਦੇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ। ਜਗ ਜਿਨੇ ਪੈਦਾ ਕੀਤਾ ਹੈ ਨਾ, ਉਹ ਆਪ ਹੀ ਸੰਭਾਲ ਰਿਹਾ ਹੈ। ਅੱਗੇ ਕਹਿੰਦੇ ਨੇ ਤਿਸ ਜੋਹਾਰੀ ਸਵਸਤ ਤਿਸ। ਮੇਰੀ ਉਸ ਨੂੰ ਨਮਸਕਾਰ ਹੈ, ਉਹਦੀ ਸਦਾ ਹੀ ਜੈ ਹੋਵੇ, ਉਹ ਸਦਾ ਹੀ ਸਲਾਮਤ ਰਵੇ। ਤਿਸ ਜੋਹਾਰੀ ਸਵਸਤ ਤਿਸ। ਤਿਸ ਦੀਵਾਨ ਅਭਾਗ। ਅਭਾਗ ਦਾ ਅਰਥ ਹੈ ਜੋ ਉਹਦਾ ਦੀਵਾਨ, ਉਹਦਾ ਦਰਬਾਰ ਕਦੇ ਵੀ ਭੰਗ ਨਹੀਂ ਹੁੰਦਾ, ਉਹ ਨਾਸ਼ ਹੋਣ ਵਾਲਾ ਨਹੀਂ। ਉਹਦਾ ਦਰਬਾਰ ਸਦਾ ਹੈ। ਉਹ ਆਪ ਅਬਿਨਾਸ਼ੀ ਹੈ, ਉਹਦਾ ਦਰਬਾਰ ਵੀ ਸਦਾ ਅਬਿਨਾਸ਼ੀ ਹੈ। ਤਿਸ ਦੀਵਾਨ ਅਭਾਗ। ਤੇ ਅਖੀਰ ਤੇ ਨਾਲ ਸਤਿਗੁਰੂ ਆ ਕੇ ਕਹਿੰਦੇ ਨੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਗੱਲ ਤਾਂ ਉਤੋਂ ਕੋਈ ਹੋਰ ਆ ਰਹੀ ਹੈ। ਅਖੀਰ ਤੇ ਆਣ ਕੇ ਮਹਾਰਾਜ ਕਹਿੰਦੇ ਨੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਤੇ ਇਹਨੂੰ ਸਮਝਣ ਲਈ ਸਾਨੂੰ ਇੰਨਾ ਕੁ ਧਿਆਨ ਦੇਣ ਦੀ ਲੋੜ ਹੈ। ਜਿਹੜੀਆਂ ਅਖੀਰਲੀਆਂ ਤੁਕਾਂ ਆ, ਜਿੱਥੇ ਮਹਾਰਾਜ ਕਹਿੰਦੇ ਜਿਸ ਨੇ ਸੰਸਾਰ ਪੈਦਾ ਕੀਤਾ ਇਹਦੀ ਸਾਰ ਸੰਭਾਲ ਵੀ ਉਹ ਆਪ ਹੀ ਕਰ ਰਿਹਾ ਹੈ, ਤਾਂ ਸਾਨੂੰ ਇੱਥੇ ਆ ਕੇ ਇੰਨਾ ਕੁ ਸਮਝਣ ਦੀ ਲੋੜ ਹੈ ਕਿ ਜਿਸ ਨੇ ਸਾਰਾ ਬਣਾਇਆ, ਜਿਸ ਨੇ ਹੁਕਮ ਦੇ ਅਧੀਨ ਆਪਣੇ ਸੰਭਾਲ ਵਿੱਚ ਰੱਖਿਆ, ਜਿਹੜਾ ਇਹਦਾ ਫਿਕਰ ਕਰ ਰਿਹਾ ਹੈ, ਜਿਹੜਾ ਇਹਨੂੰ ਚਲਾ ਰਿਹਾ ਹੈ, ਨਾਨਕ ਸੱਚੇ ਨਾਮ ਬਿਨ, ਐਸੇ ਵੱਡੇ ਸਮਰੱਥ ਪਰਮੇਸ਼ਰ ਦੇ ਨਾਮ ਤੋਂ ਬਿਨਾ ਆ ਜਿਹੜੀ ਤੂੰ ਧਾਰਮਿਕਤਾ ਬਣਾ ਕੇ ਬੈਠਾ ਵੀ ਇੱਕ ਟਿੱਕਾ ਲਾ ਲਿਆ ਤੇ ਇੱਕ ਧਾਗਾ ਪਾ ਲਿਆ, ਇਹ ਕਿਹੜੇ ਕੰਮ ਹੈ?
ਐਡੇ ਵੱਡੇ ਸਮਰੱਥ ਮਾਲਕ ਦਾ, ਐਡੇ ਵੱਡੇ ਦਾਤਾਰ ਦਾ, ਐਡੇ ਵੱਡੇ ਪ੍ਰਬੰਧਕ ਦਾ ਤੂੰ ਨਾਮ ਆਪਣੇ ਹਿਰਦੇ 'ਚ ਟਿਕਾ ਹੀ ਨਹੀਂ ਰਿਹਾ, ਉਹਦੇ ਨਾਲ ਤੇਰੀ ਸਾਂਝ ਹੀ ਨਹੀਂ, ਜਾਣ ਪਛਾਣ ਹੀ ਨਹੀਂ, ਤੇ ਆ ਟਿੱਕਾ ਤੇ ਤੱਗ ਫਿਰ ਕੀ ਕਰੂਗਾ ਹੁਣ? ਜਿਹੜਾ ਏਡੇ ਵੱਡੇ ਸਿਲਸਿਲੇ ਨੂੰ ਚਲਾ ਤੇ ਸੰਭਾਲ ਰਿਹਾ ਹੈ, ਕੱਲਾ ਟਿੱਕਾ ਤੇ ਕੱਲਾ ਤੱਗ ਉਹਦੇ ਨਾਲ ਤੇਰਾ ਸੰਬੰਧ ਬਣਾਏਗਾ? ਆ ਵੀ ਚੱਲ ਰਿਹਾ ਹੈ ਨਾ। ਦੂਜੀ ਗੱਲ ਤੁਸੀਂ ਹੋਰ ਦੇਖੋਗੇ, ਟਿੱਕਾ ਤੱਗ ਵਾਲਾ ਜਿਹੜਾ ਸਿਲਸਿਲਾ ਹੈ ਨਾ, ਮੱਥੇ 'ਚ ਤਿਲਕ ਲਾ ਲਿਆ ਤੇ ਇੱਕ ਜਨੇਊ ਪਾ ਲਿਆ, ਆ ਜਿੰਨਾ ਕੁਛ ਗਿਣਿਆ ਗਿਆ ਇਹਦੇ ਚੋਂ ਬਹੁਤੇ ਕੁਛ ਦੀ ਸਿਰਫ ਪੂਜਾ ਕਰ ਰਿਹਾ। ਰੁੱਖਾਂ ਨੂੰ ਮੱਥਾ ਟੇਕ ਲਿਆ, ਪਸ਼ੂਆਂ ਨੂੰ ਮੱਥਾ ਟੇਕ ਲਿਆ, ਬੰਦਿਆਂ ਨੂੰ ਮੱਥਾ ਟੇਕ ਲਿਆ, ਨਦੀਆਂ ਨੂੰ ਮੱਥਾ ਟੇਕ ਲਿਆ, ਤੀਰਥਾਂ ਦੇ ਇਸ਼ਨਾਨ ਕਰ ਲਏ, ਸਿਰਫ ਇਹਨਾਂ ਦੀ ਪੂਜਾ ਵਿੱਚ ਲੱਗਾ ਹੋਇਆ। ਕਿਹੜੀ ਚੀਜ਼ ਹੈ ਜਿਹੜੀ ਪੂਜੀ ਨਹੀਂ ਜਾ ਰਹੀ? ਸਤਿਗੁਰੂ ਕਹਿੰਦੇ ਤੂੰ ਇਹ ਸਾਰਾ ਕੁਛ ਜੋ ਬਣਾ ਕੇ ਸੰਭਾਲ ਰਿਹਾ ਹੈ, ਉਹਨੂੰ ਛੱਡ ਕੇ ਹੋਰਨਾਂ ਗੱਲਾਂ ਵਿੱਚ ਲੱਗਾ ਹੋਇਆ, ਇਹ ਪ੍ਰਵਾਨ ਨਹੀਂ ਚੜਨਾ ਤੇਰਾ। ਤੇਰਾ ਕੁਛ ਨਹੀਂ ਸਵਰਨਾ, ਇਹਦੇ ਨਾਲ ਕੁਛ ਭਲਾ ਹੋਣ ਵਾਲਾ ਨਹੀਂ। ਇਹ ਤਾਂ ਚੱਲ ਹੀ ਰਿਹਾ, ਇਹ ਤਾਂ ਚੱਲ ਹੀ ਰਿਹਾ। ਤੂੰ ਇਸ ਪਾਸੇ ਧਿਆਨ ਨਾ ਦੇ, ਤੂੰ ਇਸ ਪਾਸੇ ਧਿਆਨ ਦੇ। ਜੇ ਸਾਰਾ ਬ੍ਰਹਿਮੰਡ ਬਣਾਇਆ ਹੋਇਆ ਆਪੋ ਆਪਣੇ ਥਾਂ ਤੇ ਪੂਰੇ ਨੇਮ ਦੇ ਨਾਲ ਕੰਮ ਕਰਦਾ ਪਿਆ ਆ ਨਾ, ਹਰ ਇੱਕ ਚੀਜ਼ ਆਪੋ ਆਪਣੇ ਥਾਂ ਤੇ ਕੰਮ ਕਰਦੀ ਪਈ ਆ ਨਾ, ਤੈਨੂੰ ਆਪਣਾ ਕੰਮ ਕਰਨਾ ਚਾਹੀਦਾ। ਤੂੰ ਆਪਣਾ ਕੰਮ, ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਰਿਹਾ, ਸਿਰਫ ਇੱਕ ਵਿਖਾਵਾ ਕਰ ਰਿਹਾ ਕਿ ਮੈਂ ਤਿਲਕ ਲਾ ਲਿਆ, ਮੈਂ ਜਨੇਊ ਪਾ ਲਿਆ, ਮੈਂ ਧਰਮੀ ਹੋ ਗਿਆ। ਇਹਨੂੰ ਧਰਮ ਨਹੀਂ ਕਹਿੰਦੇ। ਧਰਮ ਵੇਖਣਾ ਤੇ ਇਹਨਾਂ ਚੀਜ਼ਾਂ ਚੋਂ ਵੇਖ ਜਿਹੜੀਆਂ ਸਾਰੀਆਂ ਆਪੋ ਆਪਣੇ ਥਾਂ ਤੇ ਜ਼ਿੰਮੇਵਾਰੀ ਨਿਭਾ ਰਹੀਆਂ। ਧਿਆਨ ਰੱਖਿਓ ਜੀ। ਹਾਂਜੀ। ਮਹਿਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉਪਰ ਤੀਰਥਾਂ, ਸਹਿਜ ਜੋਗ ਦੇਵਾਨ, ਲੱਖ ਸੂਰ ਤਨ ਸੰਗਰਾਮ, ਰਣ ਮੈਂ ਛੁਟੈ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ, ਪੜੀਐ ਪਾਠ ਪੁਰਾਨ, ਜਿਨ ਕਰਤੈ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮਤੀ ਮਿਤਿਆ, ਕਰਮ ਸੱਚਾ ਨਿਸ਼ਾਨ। ਪੌੜੀ। ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ, ਜਿਸ ਨੂੰ ਦੇ ਤਿਸ ਮਿਲੈ ਸੱਚ, ਤਾਂ ਤਿਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ, ਸਲੋਕ ਮਹਿਲਾ ਪਹਿਲਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀਆਂ ਖਾਤ। ਪੜੀਆਂ ਜੇਤੇ ਬਸ ਬਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਮਹਿਲਾ ਪਹਿਲਾ। ਇਸ ਸ਼ਲੋਕ ਚੋਂ ਆਪ ਜੀ ਦਰਸ਼ਨ ਕਰ ਸਕਦੇ ਹੋ, ਜਿੱਥੇ ਬਹੁਵਚਨ ਦੀ ਲੋੜ ਪਈ ਉੱਥੇ ਸਤਿਗੁਰੂ ਨੇ ਪਾਠ ਅੰਕਿਤ ਵੀ ਬਹੁਵਚਨ ਵਾਂਗੂ ਹੀ ਕੀਤਾ। ਜਿੱਥੇ ਇੱਕ ਦੀ ਸਿੰਗੂਲਰ ਦੀ ਲੋੜ ਪਈ ਉੱਥੇ ਮਹਾਰਾਜ ਨੇ ਪਾਠ ਇੱਕ ਵਚਨ ਵਿੱਚ ਹੀ ਰੱਖ ਕੇ ਦਰਜ ਕੀਤਾ। ਆਪ ਜੀ ਦਰਸ਼ਨ ਕਰ ਸਕਦੇ ਹੋ। ਪੜ ਪੜ ਗੱਡੀ ਲੱਦੀਆਂ, ਗੱਡੀ ਇੱਕ ਨਹੀਂ, ਗੱਡੀਆਂ ਬਹੁਤੀਆਂ ਹੋ ਸਕਦੀਆਂ। ਪੜ ਪੜ ਭਰੀਆਂ ਸਾਥ, ਭਰੀਆਂ ਬਹੁਤਿਆਂ ਦੀ। ਪੜ ਪੜ ਬੇੜੀ ਪਾਈਏ, ਬੇੜੀ ਬੇੜੀ ਪਾਈਏ, ਪਾਈਏ ਨਹੀਂ ਕੀਤਾ, ਪਾਈਏ। ਪੜ ਪੜ ਗੱਡੀਆਂ ਖਾਤ, ਬਹੁਤੇ ਟੋਏ ਭਰੇ ਜਾ ਸਕਦੇ ਆ। ਪੜੀਆਂ ਜੇਤੇ ਬਰਸ ਬਰਸ, ਬਰਸ ਬਹੁਤੇ ਆ, ਸਾਲ ਬਹੁਤੇ ਆ। ਪੜੀਆਂ ਜੇਤੇ ਮਾਸ, ਮਾਸ ਮਹੀਨੇ ਬਹੁਤੇ ਆ। ਪੜੀਆਂ ਆਰਜਾ, ਉਮਰ ਤਾਂ ਬੰਦੇ ਦੀ ਇੱਕ ਹੀ ਆ ਨਾ।
ਇਹਨੂੰ ਵੰਡਿਆ ਉਮਰਾਂ ਨਹੀਂ ਕੀਤਾ ਜਾ ਸਕਦਾ, ਉਮਰਾਂ ਨਹੀਂ ਆ, ਉਮਰ ਆ। ਉੱਥੇ ਬਾਬਾ ਜੀ ਨੇ ਵਰਤਿਆ ਪੜ੍ਹੀਐ ਜੇਤੀ ਆਰਜਾ, ਤੇ ਇਸ ਉਮਰ 'ਚ ਸਵਾਸ ਬਹੁਤੇ ਆ। ਉੱਥੇ ਵਰਤਿਆ ਮਹਾਰਾਜ ਨੇ ਪੜ੍ਹੀਐ ਜੇਤੇ ਸਾਸ। ਅਖੀਰ ਤੇ ਸਤਿਗੁਰੂ ਆ ਕੇ ਕਹਿੰਦੇ ਨੇ, ਨਾਨਕ ਲੇਖੈ ਇੱਕ ਗੱਲ। ਇੱਕ ਗੱਲ ਦਾ ਅਰਥ ਹੈ ਇੱਕ ਹੁਕਮ ਵਾਲੀ ਗੱਲ, ਇੱਕ ਨਿਰੰਕਾਰ ਜੀ ਦੇ ਸੱਚ ਵਾਲੀ ਗੱਲ, ਇਹੋ ਹੀ ਪ੍ਰਵਾਨ ਚੜ੍ਹਨੀ ਹੈ, ਇਹ ਨਾਲ ਰੱਖਣੀ ਪੈਣੀ ਹੈ, ਇਹ ਹੋਣੀ ਚਾਹੀਦੀ ਆ। ਜੇ ਨਿਰੰਕਾਰ ਜੀ ਦੇ ਹੁਕਮ ਵਾਲੀ ਗੱਲ, ਨਿਰੰਕਾਰ ਜੀ ਦੇ ਸੱਚ ਵਾਲੀ, ਨਾਮ ਵਾਲੀ ਗੱਲ ਜੀਵਨ 'ਚ ਟੇਕ ਨਹੀਂ ਰਹੀ, ਆ ਨਹੀਂ ਰਹੀ, ਤੇ ਬਾਕੀ ਤੇ ਫੇਰ ਪੜ੍ਹਨਾ ਲਿਖਣਾ ਜਿੰਨਾ ਮਰਜ਼ੀ ਭਾਰ ਚੁੱਕੀ ਚੱਲ, ਪੜ੍ਹਨ ਲਿਖਣ ਨਾਲ ਕੁਛ ਨਹੀਂ ਹੋ ਚੱਲਿਆ, ਜਾਣਕਾਰੀ ਰੱਖਣ ਨਾਲ ਕੁਛ ਨਹੀਂ ਹੋ ਚੱਲਿਆ। ਜਾਣਕਾਰੀ ਆਪਣੇ ਥਾਂ ਤੇ ਮਹੱਤਵਪੂਰਨ ਹੈ, ਗਿਆਨ ਆਪਣੇ ਥਾਂ ਤੇ ਮਹੱਤਵਪੂਰਨ ਹੈ। ਉਸ ਗਿਆਨ ਨੂੰ ਜੀਣਾ, ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ, ਲਾਗੂ ਕਰਨਾ, ਇਹ ਇੱਕ ਆਪਣੇ ਥਾਂ ਤੇ ਮਹੱਤਵਪੂਰਨ ਹੈ। ਇਕੱਲੀ ਜਾਣਕਾਰੀ ਕੁਛ ਨਹੀਂ ਕਰਦੀ। ਮੰਨ ਲਓ ਸਾਨੂੰ ਦਵਾਈ ਬਾਰੇ ਜਾਣਕਾਰੀ ਆ, ਗੋਲੀ ਖਾਣੀ ਚਾਹੀਦੀ ਆ, ਟੀਕਾ ਲਵਾਉਣਾ ਚਾਹੀਦਾ, ਦਵਾਈ ਬਾਰੇ ਜਾਣਕਾਰੀ ਹੈ, ਪਰ ਜਦੋਂ ਲੋੜ ਪਵੇ ਅਸੀਂ ਦਵਾਈ ਖਾਈਏ ਨਾ, ਕਿ ਇਕੱਲੀ ਜਾਣਕਾਰੀ ਰੱਖਣ ਨਾਲ ਬਿਮਾਰੀ ਠੀਕ ਹੋ ਜਾਏਗੀ? ਨਹੀਂ, ਦਵਾਈ ਖਾਣੀ ਪੈਂਦੀ ਆ। ਭੋਜਨ ਬਾਰੇ ਤੁਹਾਨੂੰ ਵੰਨ-ਸੁਵੰਨੇ ਤੌਰ ਤਰੀਕੇ ਆਉਂਦੇ ਹੋਣ, ਵੰਨ-ਸੁਵੰਨਾ ਭੋਜਨ, ਰੰਗ ਬਰੰਗਾ ਭੋਜਨ, ਸਵਾਦਲਾ ਭੋਜਨ ਤੁਹਾਨੂੰ ਕਈ ਤਰੀਕਿਆਂ ਦਾ ਬਣਾਉਣਾ ਆਉਂਦਾ ਹੋਵੇ, ਕੀ ਇਕੱਲੇ ਭੋਜਨ ਬਣਾਉਣ ਦੀ ਜਾਣਕਾਰੀ ਹੋਵੇ, ਗਿਆਨ ਹੋਵੇ, ਸਮਝ ਹੋਵੇ, ਔਰ ਵੱਖਰੀ ਵੱਖਰੀ ਸਮਝ ਹੋਵੇ, ਕੀ ਇਹਦੇ ਨਾਲ ਢਿੱਡ ਭਰ ਜਾਂਦਾ? ਭੋਜਨ ਬਣਾਉਣਾ ਪਏਗਾ ਤੇ ਖਾਣਾ ਪਏਗਾ, ਫੇਰ ਹੀ ਗੱਲ ਹੋਏਗੀ ਨਾ। ਪਾਣੀ ਬਾਰੇ ਤੁਸੀਂ ਜਾਣਕਾਰੀ ਇਕੱਠੀ ਕਰੀ ਜਾਓ, ਪਾਣੀ ਇਹਦੇ 'ਚ ਕੀ ਤੱਤ ਹੁੰਦਾ, ਇਹਦੇ 'ਚ ਕਿਹੜੇ ਕਿਹੜੇ ਸਾਨੂੰ ਜਿਹੜੀਆਂ ਚੀਜ਼ਾਂ, ਇਹਦੇ 'ਚੋਂ ਕੀ ਸਾਨੂੰ ਫਾਇਦਾ ਹੁੰਦਾ, ਇਹ ਸਰੀਰ ਨੂੰ ਕਿਹੜੀਆਂ ਕਿਹੜੀਆਂ ਲੋੜਾਂ ਸਾਡੀਆਂ ਪੂਰੀਆਂ ਕਰਦਾ, ਜਾਣਕਾਰੀ ਇਕੱਠੀ ਕਰੀ ਜਾਓ, ਸਾਰੀ ਜਾਣਕਾਰੀ ਹੋਵੇ। ਪਰ ਕੀ ਇਕੱਲੀ ਜਾਣਕਾਰੀ ਨਾਲ ਪਿਆਸ ਬੁੱਝ ਜਾਂਦੀ ਹੈ? ਤੇ ਮੈਂ ਪਹਿਲਾਂ ਵੀ ਕਹਿ ਚੁੱਕਾ, ਜਾਣਕਾਰੀ, ਗਿਆਨ, ਸਮਝ ਆਪਣੇ ਥਾਂ ਤੇ ਹੈ, ਜਿੰਨੀ ਵੱਧ ਤੋਂ ਵੱਧ ਇਕੱਠੀ ਹੋ ਸਕਦੀ। ਮਹਾਰਾਜ ਨੇ ਉਸ ਨੂੰ ਰੋਕਿਆ ਨਹੀਂ, ਉਸ ਨੂੰ ਰੋਕਿਆ ਨਹੀਂ। ਇਹ ਨਹੀਂ ਕਿਹਾ ਕਿ ਪੜ੍ਹਨ ਦੀ ਲੋੜ ਨਹੀਂ, ਨਹੀਂ, ਸਗੋਂ ਇਹ ਕਿਹਾ ਜੇ ਪੜ੍ਹਦਿਆਂ ਇੰਨਾ ਪੜ੍ਹ ਜਾਓ, ਇੰਨਾ ਕੁਝ ਇਕੱਠਾ ਕਰ ਲਓ, ਇੰਨੀਆਂ ਤੁਹਾਡੇ ਕੋਲ ਕਿਤਾਬਾਂ, ਗ੍ਰੰਥ, ਸਾਰਾ ਕੁਝ ਇਕੱਠਾ ਹੋ ਜਾਏ, ਪਰ ਜੇ ਜੀਵਨ ਦੇ ਪੱਲੇ ਉਹ ਕਿਣਕਾ ਨਹੀਂ ਆ ਰਿਹਾ ਨਾ, ਤਾਂ ਫਿਰ ਇਹ ਬੋਝ ਹੀ ਆ, ਫਿਰ ਇਹ ਭਾਰ ਹੀ ਆ, ਫਿਰ ਇਹ ਭਾਰ ਹੀ ਆ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ, ਸਤਿਗੁਰੂ ਨੇ ਆਖਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇੱਥੇ ਆਉਣੀ ਚਾਹੀਦੀ ਕਹਾਣੀ। ਵਿਚਾਰਵਾਨ ਤਾਂ ਆ ਵਿਦਿਆ ਦਾ, ਜੇ ਪਰਉਪਕਾਰੀ ਵਾਲੇ ਨਿਸ਼ਾਨੇ ਤੇ ਆ ਰਿਹਾ ਤਾਂ। ਠੀਕ ਹੈ ਜੀ। ਜੇ ਪਰਉਪਕਾਰੀ ਵਾਲੇ ਨਿਸ਼ਾਨੇ ਤੇ ਆਉਣ ਦੀ ਥਾਂ ਤੇ ਇਸ ਪਾਸੇ ਜਾ ਰਿਹਾ ਹੈ, ਹੰਕਾਰ ਵੱਧ ਰਿਹਾ ਹੈ, ਲਾਲਚ ਵੱਧ ਰਿਹਾ ਹੈ, ਦੂਜਿਆਂ ਵਾਸਤੇ ਟੋਏ ਪੁੱਟਣ ਦੀ ਜਾਚ ਬਹੁਤ ਵਧੀਆ ਆ ਗਈ, ਦੂਜਿਆਂ ਨੂੰ ਜਾਲ ਵਿੱਚ ਫਸਾਉਣਾ ਬਹੁਤ ਢੰਗ ਨਾਲ, ਵਧੀਆ ਸੋਹਣਾ ਸ਼ਬਦਾਵਲੀ ਬਣਾ ਕੇ ਜਾਲ 'ਚ ਫਸਾਉਣਾ ਆਉਂਦਾ, ਤੇ ਫਿਰ ਬਾਬਾ ਜੀ ਨੇ ਕਿਹਾ ਨਾ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਜੇ ਜਾਣਕਾਰੀ ਤੇ ਹੈ, ਪੜ੍ਹਾਈ ਲਿਖਾਈ ਤੇ ਬਹੁਤ ਹੈ, ਪਰ ਪੜ੍ਹਾਈ ਲਿਖਾਈ ਬਹੁਤ ਜ਼ਿਆਦਾ ਹੁੰਦਿਆਂ ਹੋਇਆਂ ਫਿਰ ਕਬੀਰ ਸਾਹਿਬ ਨੂੰ ਕਹਿਣਾ ਪਿਆ ਵੀ ਜੇ ਇੰਨੀ ਪੜ੍ਹਾਈ ਲਿਖਾਈ, ਇੰਨਾ ਗਿਆਨ, ਇੰਨੀ ਸਮਝ ਹੁੰਦਿਆਂ ਹੋਇਆਂ ਵੀ ਜੇ ਖੂਹ 'ਚ ਡਿੱਗ ਰਿਹਾ, ਤੇ ਫਿਰ ਕਾਹਦੀ ਪੜ੍ਹਾਈ ਲਿਖਾਈ, ਕਾਹਦੀ ਸਿਆਣਪ ਹੈ। ਕਿਹਾ ਨਾ ਕਬੀਰ, ਮਨ ਜਾਣਤ, ਜਾਣਦਾ ਬਹੁਤ ਕੁਛ ਹੈ, ਜਾਣਤ ਹੀ, ਜਾਣਦਾ ਹੋਇਆ ਵੀ, ਸਮਝਦਾਰ ਹੁੰਦਾ ਹੋਇਆ ਵੀ ਕੀ ਕਰ ਰਿਹਾ? ਔਗਣ ਕਰੇ। ਬਾਬਾ ਫਰੀਦ ਸਾਹਿਬ ਨੂੰ ਕਹਿਣਾ ਪਿਆ,
ਵਾਰੇ ਬਲਿਆਰੇ ਤੇਰੀ ਅਕਲ ਤੋਂ ਭਾਈ। ਕਿੰਨੀਆਂ ਬਰੀਕੀਆਂ, ਕਿੰਨੀਆਂ ਗੁੱਝੀਆਂ ਗੱਲਾਂ ਕੁਦਰਤ ਦੀਆਂ ਜਾਣ ਕੇ ਤੂੰ ਵਿਸਥਾਰ ਦੇ ਦਿੱਤਾ। ਬੱਲੇ ਬੱਲੇ ਬੱਲੇ। ਕਿੰਨੇ ਬੰਦੇ ਜਹਾਜ਼ ਵਿੱਚ ਬਹਿ ਕੇ ਉੱਡ ਜਾਂਦੇ ਆ, ਕਮਾਲ ਹੈ। ਔਰ ਦੁਨੀਆ ਨੇ ਬੜੇ ਰੰਗ ਬੰਨੇ। ਤੁਸੀਂ ਦੇਖੋਗੇ ਕੁਝ ਸਿਲਸਿਲਾ ਉਹ ਵੀ ਆਇਆ ਜਿਹੜਾ ਵਿਗਿਆਨ ਦੇ ਨਾਂ ਤੇ ਫਿਰ ਰੱਬ ਵਾਲੇ ਪਾਸਿਓਂ, ਧਰਮ ਵਾਲੇ ਪਾਸਿਓਂ ਮੁਨਕਰ ਹੋ ਕੇ ਇਹ ਵੀ ਉਲਾਂਭੇ ਦਿੰਦਾ ਵੀ ਇਹ ਧਰਮ ਜਿਹੜਾ ਹੈ ਨਾ, ਇਹ ਤਾਂ ਫੀਮ ਹੈ, ਫੀਮ, ਨਸ਼ਾ ਆ। ਲੋਕ ਕਮਲੇ ਹੋਏ ਫਿਰਦੇ ਨੇ ਧਰਮ 'ਚ, ਨਾ ਰੱਬ ਹੈ ਨਾ ਧਰਮ ਹੈ, ਇਹ ਵੀ ਕਿਹਾ ਗਿਆ। ਔਰ ਇੱਥੋਂ ਤੱਕ ਗੱਲਾਂ ਆਈਆਂ, ਰੱਬਾ ਕੀ ਕੀਤਾ ਹੈ? 2 ਖੰਭ ਲਾਏ, ਇੱਕ ਪੰਛੀ ਇਕੱਲਾ ਉੱਡਦਾ। ਵੇਖ ਮੈਂ ਜਹਾਜ਼ ਬਣਾਇਆ, ਕਿੰਨੇ ਬੰਦੇ ਲੈ ਕੇ ਉੱਡ ਗਿਆ। ਤੇਰੀ ਮੱਛੀ ਇਕੱਲੀ ਤਰਦੀ ਹੈ ਪਾਣੀ 'ਚ। ਵੇਖ ਮੈਂ ਜਹਾਜ਼ ਬਣਾਇਆ ਪਾਣੀ 'ਚ ਤਰਨ ਵਾਲਾ, ਕਿੰਨਾ ਸਮਾਨ ਤੇ ਕਿੰਨੇ ਬੰਦੇ ਲੈ ਕੇ ਤਰ ਗਿਆ। ਤੇਰੇ ਨਾਲੋਂ ਵੱਡਾ ਕੰਮ ਕੀਤਾ ਹੈ। ਪਰ ਜਦੋਂ ਬਾਬਾ ਫਰੀਦ ਜੀ ਕਹਿੰਦੇ ਨੇ ਅਕਲ ਬਹੁਤ ਹੈ, ਕਮਾਲ ਹੈ, ਬਲੇ ਹਾਰ ਜਾਈਏ ਤੇਰੀ ਅਕਲ ਤੋਂ। ਇੰਨਾ ਕੰਮ, ਇੰਨੀਆਂ ਬਰੀਕੀਆਂ, ਸਮੁੰਦਰਾਂ ਦੇ ਥੱਲੇ ਤੱਕ ਜਾ ਕੇ ਕਾਢਾਂ ਕੱਢ ਲਈਆਂ, ਲੱਭ ਲਿਆ ਸਾਰਾ ਕੁਝ। ਧਰਤੀ ਦੇ ਆਰ ਪਾਰ ਸਭ। ਇਸ ਧਰਤੀ ਤੋਂ ਬਾਹਰ ਜਾ ਕੇ, ਸਪੇਸ ਵਿੱਚ ਜਾ ਕੇ ਦੂਜੇ ਗ੍ਰਹਿਆਂ ਦੇ ਉੱਤੇ ਕੀ ਹੋ ਰਿਹਾ, ਚੰਦਰਮਾ ਦੀ ਮਿੱਟੀ ਚੁੱਕ ਲਿਆਏ। ਮੰਗਲ ਗ੍ਰਹਿ ਦੇ ਉੱਤੇ ਵੀ ਉਹ ਜਹਾਜ਼ ਜਿਹਾ ਸੁੱਟ ਬੈਠੇ ਸੀ ਪਿੱਛੇ ਜੇ, ਉਹ ਕੰਮ ਨਹੀਂ ਕੀਤਾ ਇਹਨਾਂ ਦਾ। ਉਹ ਉੱਥੇ ਤੱਕ ਵੀ ਚਲੇ ਗਏ। ਕਿੰਨਾ ਕੁਛ ਦੂਰਬੀਨਾਂ ਤੇ ਦੂਰਬੀਨਾਂ ਲਾ ਕੇ ਉਹ ਸੂਰਜ ਨੂੰ ਵੀ ਵੇਖੀ ਜਾਂਦੇ ਆ ਵੀ ਇਹ ਕੀ ਕਰ ਰਿਹਾ, ਕਿੱਦਾਂ ਬਲਦਾ, ਕਿੱਥੋਂ ਅੱਗ ਆ ਰਹੀ, ਕੀ ਹੋ ਰਿਹਾ ਹੈ। ਉਹਦਾ ਵੀ ਸੇਕ, ਤਾਪ ਉਹਦਾ ਵੀ ਨਾਪਣ ਡਏ ਆ ਵੀ ਮਤਲਬ ਕਿੰਨਾ ਕੁ ਤਾਪ ਹੈ ਇਹਦਾ, ਕਿੰਨਾ ਕੁ ਸੇਕ ਹੈ, ਨੇੜੇ ਜਾ ਸਕਦੇ ਕਿ ਨਹੀਂ ਜਾ। ਇਹ ਚੜਨ ਨੂੰ ਫਿਰਦੇ ਉਧਰ ਨੂੰ ਵੀ ਲੱਗੇ ਹੋਏ ਨਾ, ਵਾਰੀ ਬਲਿਹਾਰੀ ਇਹਦੀ ਅਕਲ ਤੋਂ। ਉਹ ਫਰੀਦ ਸਾਹਿਬ ਨੇ ਫੇਰ ਉਲਾਂਭਾ ਦਿੱਤਾ, ਕਹਿਣ ਲੱਗੇ ਬੱਲੇ ਬੱਲੇ, ਕਮਾਲ ਹੈ, ਅਕਲ ਤੇਰੀ ਬੜੀ ਬਰੀਕ ਹੈ, ਬਹੁਤ ਸੋਹਣੀ ਆ, ਕਮਾਲ ਹੈ, ਕੁੰਡੀਆਂ ਫੜਦਾ ਕਮਾਲ ਦੀਆਂ। ਪਰ ਫਿਰ ਉਲਾਂਭਾ ਦਿੰਦੇ, ਕਹਿੰਦੇ ਕਾਲੇ ਲਿਖ ਨਾ ਲੇਖ। ਜੇ ਇੰਨੀ ਬਰੀਕ ਅਕਲ ਹੈ ਤੇ ਕਾਲੇ ਲੇਖ ਕਿਉਂ ਲਿਖੇ ਜਾ ਰਹੇ ਨੇ? ਕਾਲੇ ਲੇਖ ਨਾ ਲਿਖ। ਫਿਰ ਜੇ ਤੂੰ ਸਮਝਦਾਰ ਹੈ, ਅਕਲ ਲਤੀਫ ਹੈ, ਤੇ ਕਾਲੇ ਲੇਖ ਨਾ ਲਿਖ। ਕਾਲੇ ਲੇਖ ਬੰਦ ਕਰ। ਪੜਨ ਤੋਂ ਨਹੀਂ ਮਨਾ ਕਰਦੇ, ਚੇਤਾ ਰੱਖਿਓ, ਅਕਲ ਤੋਂ ਨਹੀਂ ਮਨਾ ਕਰਦੇ, ਪਰ ਉਹ ਅਕਲ ਕੁਰਾਏ ਨਾ ਪੈ ਜਾਏ, ਗੁਨਾਹ ਨਾ ਕਰੇ, ਇੱਥੋਂ ਜ਼ਰੂਰ ਰੋਕਦੇ ਆ। ਠੀਕ ਹੈ ਜੀ। ਇੱਥੇ ਵੀ ਸਤਿਗੁਰੂ ਨੇ ਲਿਆਂਦਾ, ਆਖਣ ਲੱਗੇ ਨਾਨਕ ਲੇਖੈ ਇੱਕ ਗੱਲ। ਪ੍ਰਵਾਨ ਤਾਂ ਇੱਕ ਗੱਲ ਹੀ ਆਉਣੀ ਆ, ਤੇ ਉਹ ਇੱਕ ਗੱਲ ਹੈ ਹੁਕਮ ਵਾਲੀ। ਹੁਕਮ ਤੈਨੂੰ ਮੰਨਣਾ ਆ ਜੇ, ਹੁਕਮ ਪਛਾਣਨਾ ਆ ਜੇ, ਹੁਕਮ ਪੜ੍ਹਨਾ ਆ ਜੇ, ਹੁਕਮ ਜੀਣਾ ਆ ਜੇ, ਠੀਕ ਹੈ, ਵਧੀਆ। ਨਹੀਂ ਤਾਂ ਹੋਰ ਹਉਮੈ ਚੱਖਣਾ ਝਾਕ। ਹਉਮੈ ਦੀਆਂ ਗੱਲਾਂ ਆ, ਹਉਮੈ ਦੀਆਂ ਚੱਖਾਂ ਆ, ਜਿੰਨੀਆਂ ਵੱਢਣੀਆਂ ਵੱਢੀ ਚੱਲ। ਚੱਖਾਂ ਵੱਢਣ ਨਾਲ ਕੀ ਹੋ ਚੱਲਿਆ ਜੀ। ਮਹਿਲਾ ਪਹਿਲਾ ਲੇਖ ਲੇਖ ਪੜਿਆ, ਤੇਤਾ ਕੜਿਆ, ਬਹੁਤ ਤੀਰਥ ਭਜਿਆ, ਤੇਤੋ ਲਵਿਆ, ਬਹੁ ਭੇਖ ਕੀਆ, ਦੇਹੀ ਦੁਖ ਦੀਆ, ਸੋ ਦੇ ਜੀਆ ਆਪਣਾ ਕੀਆ। ਹਾਂਜੀ, ਇਸ ਸ਼ਲੋਕ ਨੂੰ ਗੁਰੂ ਪਿਆਰਿਓ ਧਿਆਨ ਨਾਲ, ਬਹੁਤ ਸਾਰੇ ਸਾਡੇ ਵੀਰ ਭੈਣਾਂ ਸ਼ਬਦ ਵਿਚਾਰ ਦੇ ਦੌਰਾਨ ਜਦੋਂ ਇਹਨਾਂ ਗੱਲਾਂ ਵੱਲ ਧਿਆਨ ਕੋਈ ਪ੍ਰਚਾਰਕ ਵੀਰ ਦਿਵਾਉਂਦਾ ਆ ਤਾਂ ਬੜੇ ਇਤਰਾਜ਼ ਉੱਠ ਖੜੇ ਹੋ ਜਾਂਦੇ ਆ। ਪਰ ਕਈ ਵਾਰ ਇਹ ਉਲਾਂਭਾ ਵੀ ਆ ਜਾਂਦਾ ਹੈ ਕਿ ਕੀ ਫਿਰ ਸ਼ਰਧਾ ਨਾ ਰੱਖੀਏ, ਸ਼ਰਧਾ ਨਹੀਂ ਹੋਣੀ ਚਾਹੀਦੀ। ਇਹਦੇ 'ਚ ਕੋਈ ਸ਼ੱਕ ਨਹੀਂ, ਸ਼ਰਧਾ ਦਾ ਸਤਿਗੁਰੂ ਨੇ ਬੜਾ ਮਾਣ ਰੱਖਿਆ ਹੈ। ਸ਼ਰਧਾ ਹੋਵੇ, ਸ਼ਰਧਾ ਤੋਂ ਬਿਨਾਂ ਗੱਲ ਨਹੀਂ ਬਣਦੀ, ਪਰ ਸ਼ਰਧਾ ਅੰਨੀ ਨਾ ਹੋ ਜਾਏ। ਸ਼ਰਧਾ ਅੰਨੀ ਨਾ ਹੋ ਜਾਏ, ਉਹਦੇ ਨਾਲ ਸਤਿਗੁਰੂ ਨੇ ਸ਼ਰਧਾ ਨੂੰ ਬੈਲੈਂਸ ਰੱਖਣ ਲਈ, ਬਰਾਬਰ ਰੱਖਣ ਲਈ, ਇੱਕੋ ਜਿਹਾ ਰੱਖਣ ਲਈ
ਸਹੀ ਦਿਸ਼ਾ ਵਿੱਚ ਸ਼ਰਧਾ ਤੁਰੇ, ਉਹਦੇ ਨਾਲ ਸਤਿਗੁਰੂ ਨੇ ਗਿਆਨ ਸ਼ਾਮਲ ਕੀਤਾ ਹੈ। ਗਿਆਨ ਤੇ ਸ਼ਰਧਾ ਦੋਨੋਂ ਬਰਾਬਰ ਤੇ ਰਹਿਣ, ਫੇਰ ਹੀ ਆ ਨਾ। ਆਪ ਜੀ ਬਾਣੀ ਪੜ੍ਹਨ ਵਾਲਿਓ, ਆਪ ਜੀ ਨੂੰ ਸਤਿਗੁਰੂ ਜੀ ਦਾ ਸੰਭਾਲਿਆ ਹੋਇਆ ਇਹ ਸ਼ਬਦ ਜੋ ਭਗਤ ਨਾਮਦੇਵ ਜੀ ਦਾ ਆ ਯਾਦ ਹੋਏਗਾ। ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਹੁਣ ਕਮਾਲ ਦੀ ਗੱਲ ਹੈ ਕਿ ਇੱਕ ਨੂੰ ਅੰਨਾ ਕਿਹਾ ਜਾ ਰਿਹਾ, ਦੂਜੇ ਨੂੰ ਕਾਣਾ ਕਿਹਾ ਜਾ ਰਿਹਾ। ਇੱਕ ਅੱਖ ਵਾਲਾ ਅੰਨਾ ਕਿਉਂ ਆ? ਨਾ ਤੇ ਰੱਬ ਬਾਰੇ ਜਾਣਕਾਰੀ ਗਿਆਨ ਹੈ, ਸਮਝ ਹੈ। ਰੱਬ ਵੀ ਰੰਗ ਬਰੰਗੇ ਬਣਾਉਣ ਲੱਗੇ ਨੇ, ਢੇਰ ਹੀ ਲਾ ਛੱਡੇ। 3 24 ਮਾਮਲਾ ਖਤਮ ਨਹੀਂ ਹੋਇਆ, 33 ਕਰੋੜ ਤੱਕ ਕਹਾਣੀ ਲੈ ਗਿਆ। ਫਿਰ ਜਿਨ੍ਹਾਂ ਨੂੰ ਰੱਬ ਬਣਾਇਆ, ਜਿਨ੍ਹਾਂ ਨੂੰ ਕਿਹਾ ਚਲੋ ਕੋਈ ਗੱਲ ਨਹੀਂ ਕਹਿ ਲਿਆ, ਉਹਨਾਂ ਨਾਲ ਫਿਰ ਕਹਾਣੀਆਂ ਵੀ ਇਦਾਂ ਦੀਆਂ ਘੜ ਲਈਆਂ। ਆਪੇ ਹੀ ਕਹਾਣੀਆਂ ਘੜੀਆਂ, ਆਪੇ ਹੀ ਰੱਬ ਬਣਾਇਆ, ਆਪੇ ਹੀ ਤਾਂ ਚੜਾਇਆ, ਆਪੇ ਹੀ ਉਹਨਾਂ ਦੇ ਉੱਤੇ ਚਿੱਕੜ ਸੁੱਟਿਆ। ਕਮਾਲ ਹੈ ਵੀ ਇਹ ਕੀ ਕਰ ਰਿਹਾ। ਜਿਹਨੂੰ ਰੱਬ ਕਹਿ ਰਿਹਾ ਉਹਦੇ ਬਾਰੇ ਕੁਛ ਨਾ ਕੁਛ ਤੇ ਧਿਆਨ ਕਰਨਾ ਵੀ ਆਹ ਗੱਲਾਂ ਨਾ ਕੀਤੀਆਂ ਜਾਣ। ਤੂੰ ਬੁਰੀ ਹਾਲਤ ਕੀਤੀ ਪਈ ਆ। ਉਹ ਸਾਰਾ ਸ਼ਬਦ ਤੁਹਾਡੇ ਜੇ ਤੁਸੀਂ ਖੋਲ ਕੇ ਪੜ੍ਹ ਲਓਗੇ ਤਾਂ ਸਾਰੇ ਸ਼ਬਦ ਵਿੱਚ ਹੀ ਭਗਤ ਨਾਮਦੇਵ ਸਾਹਿਬ ਨੇ ਬੜਾ ਕਮਾਲ ਦਾ ਸਮਝਾਇਆ। ਔਰ ਉਹਨੂੰ ਹੀ ਕਹਿੰਦੇ ਨੇ, ਤੈਨੂੰ ਰੱਬ ਬਾਰੇ ਸਮਝ ਨਹੀਂ ਆ, ਮੈਂ ਤੈਨੂੰ ਦੱਸਦਾ ਰੱਬ ਕੀ ਆ। ਆਜ ਨਾਮੇ ਬੀਠੁਲ ਦੇਖਿਆ, ਤੇ ਅਗਲਾ ਸ਼ਬਦ ਵਰਤਿਆ ਮੂਰਖ ਕਉ ਸਮਝਾਉਂ ਰੇ। ਫਿਰ ਕਹਿੰਦੇ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ। ਇੱਕ ਬੰਨੇ ਮੰਤਰ ਗਾਇਤਰੀ ਦਾ ਬੜਾ ਪਵਿੱਤਰ, ਪਾਪ ਨਾਸ਼ਕ, ਪਾਪ ਨਾਸ਼ਕ ਮੰਤਰ ਪੜਨ ਨਾਲ ਪਾਪ ਨਾਸ਼ ਹੋ ਜਾਂਦੇ, ਬੜਾ ਪਵਿੱਤਰ, ਹਰ ਵੇਲੇ ਜਪਣ ਦੀ ਹਦਾਇਤ ਕਰ ਰਿਹਾ। ਵਧੀਆ ਗੱਲ ਹੈ। ਦੂਜੇ ਪਾਸੇ ਕਹਿੰਦਾ ਗਾਇਤਰੀ ਮੰਤਰ ਨੂੰ ਸਰਾਪ ਹੋਇਆ, ਫਿਰ ਉਹ ਗਾਂ ਦੀ ਜੂਨੇ ਪੈ ਗਿਆ। ਗਾਂ ਜਿਹੜੀ ਆ ਉਹ ਲੋਧੇ ਜੱਟ ਦੇ ਖੇਤ ਵਿੱਚ ਜਾ ਵੜੀ। ਜੱਟ ਨੇ ਡਾਂਗ ਚੁੱਕੀ, ਲੱਤ ਤੇ ਮਾਰੀ, ਡਾਂਗ ਮਾਰ ਕੇ ਲੱਤ ਤੋੜ ਦਿੱਤੀ। ਫਿਰ ਲਾਂਗਤ ਲਾਂਗਤ ਜਾਤੀ ਥੀ। ਇਹ ਕੀ ਕਹਿ ਰਿਹਾ ਤੂੰ? ਇੱਕ ਬੰਨੇ ਗਾਇਤਰੀ ਮੰਤਰ ਪਾਪ ਨਾਸ਼ਕ ਹੈ, ਪਵਿੱਤਰ ਹੈ, ਇਹਦੇ ਪੜਨ ਨਾਲ ਪਾਪ ਨਾਸ਼ ਹੋ ਜਾਂਦੇ, ਬੰਦਾ ਪਵਿੱਤਰ ਹੋ ਜਾਂਦਾ। ਦੂਜੇ ਪਾਸੇ ਕਹਿੰਦਾ ਗਾਇਤਰੀ ਮੰਤਰ ਨੂੰ ਸਰਾਪ ਹੋ ਗਿਆ, ਤੇ ਸਰਾਪ ਹੋਣ ਕਰਕੇ ਉਹ ਗਾਂ ਦੀ ਜੂਨੇ ਪੈ ਗਿਆ। ਗਾਇਤਰੀ ਮੰਤਰ ਗਾਂ ਦੀ ਜੂਨੇ ਪੈ ਗਿਆ। ਫਿਰ ਤੂੰ ਕਹਿੰਦਾ ਲੋਧੇ ਦਾ ਖੇਤ ਗਾਂ ਖਾਣ ਗਈ, ਲੋਧੇ ਜੱਟ ਨੇ ਚੁੱਕੀ ਡਾਂਗ, ਲੱਤ ਤੇ ਮਾਰੀ, ਲੱਤ ਤੋੜਤੀ, ਤੇ ਫਿਰ ਲਾਂਗਤ ਲਾਂਗਤ ਜਾਤੀ ਥੀ, ਵੇ ਲੰਗੀ ਲੰਗੀ ਤੁਰੀ ਜਾਂਦੀ ਸੀ। ਇਹ ਕੀ ਕਹਿ ਰਿਹਾ ਹੈ? ਇੱਕ ਪਾਸੇ ਤੂੰ ਉਹਨੂੰ ਇਹ ਦਰਜਾ ਦੇ ਰਿਹਾ, ਦੂਜੇ ਪਾਸੇ ਤੂੰ ਕਹਾਣੀਆਂ ਸੋਏ ਨਹੀਂ ਜੋੜ ਰਿਹਾ। ਪਾਂਡੇ ਤੁਮਰਾ ਮਹਾਂ ਦਿਓ ਤੌਲੇ ਬਲਦ ਚੜਿਆ ਆਵਤ ਦੇਖਿਆ ਥਾ, ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਤੂੰ। ਆਪਣੇ ਕਿਸੇ ਸੇਵਕ ਦੇ ਘਰੇ ਰੋਟੀ ਖਾਣ ਗਿਆ, ਪਤਾ ਨਹੀਂ ਕਿਹੜੀ ਗੱਲੋਂ ਨਾਰਾਜ਼ ਹੋ ਗਿਆ, ਸਰਾਪ ਦਿੱਤਾ ਤੇ ਮੁੰਡਾ ਮਾਰ ਦਿੱਤਾ। ਇਹ ਠੀਕ ਹੈ, ਤੂੰ ਉਹਨੂੰ ਭਗਵਾਨ ਕਹਿ ਰਿਹਾ, ਪਰ ਆ ਕੀ ਕਹਿ ਰਿਹਾ? ਸੇਵਕ ਦੇ ਘਰੇ ਰੋਟੀ ਖਾਣ ਗਿਆ ਤੇ ਸੇਵਕ ਨਾਲ ਨਾਰਾਜ਼ ਹੋ ਕੇ ਉਹਦਾ ਪੁੱਤ ਮਾਰ ਆਇਆ। ਫਿਰ ਇਹ ਨਾ ਕਹਿ ਹੁਣ, ਤੇ ਜੇ ਰੋਟੀ ਖਾਣ ਗਿਆ ਲੜ ਪਿਆ ਤੇ ਪੁੱਤ ਮਾਰ ਆਇਆ ਤੇ ਫਿਰ ਭਗਵਾਨ ਨਾ ਕਹਿ। ਫਿਰ ਭਗਵਾਨ ਇਦਾਂ ਥੋੜਾ ਕਰਦਾ ਹੁੰਦਾ। ਫਿਰ ਕਹਿੰਦੇ ਨੇ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ, ਰਾਵਣ ਸੇ ਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਇੱਕ ਬੰਨੇ ਤੂੰ ਕਹਿਣਾ ਭਗਵਾਨ ਆ, ਦੂਜੇ ਪਾਸੇ ਕਹਿਣਾ ਰਾਵਣ ਨਾਲ ਲੜਾਈ ਹੋਈ ਤੇ ਘਰ ਵਾਲੀ ਗਵਾ ਬੈਠਾ। ਫਿਰ ਭਗਵਾਨ ਨਾ ਕਹਿ, ਇੱਕ ਪਾਸਾ ਰੱਖ। ਉੱਥੇ ਫਿਰ ਕਹਿੰਦੇ ਆ ਵੀ ਦੇਖ, ਇੱਕ ਪਾਸੇ ਰੱਬ ਕਹਿ ਰਿਹਾ, ਦੂਜੇ ਪਾਸੇ ਉਹਨਾਂ ਨਾਲ ਇਦਾਂ ਦੀਆਂ ਕਹਾਣੀਆਂ ਵੀ ਘੜ ਰਹੇ ਆ। ਦੋ ਗੱਲਾਂ ਕਰਕੇ ਤੂੰ ਚੱਲ ਰਿਹਾ, ਨਾ ਤੇਰੇ ਕੋਲ ਗਿਆਨ ਤੇ ਨਾ ਸ਼ਰਧਾ। ਦੋਵਾਂ ਗੱਲਾਂ ਤੋਂ ਸਖਣਾ ਹੋ ਗਿਆ ਤੂੰ, ਨਾ ਤੈਨੂੰ ਪਿਆਰ ਹੈ ਨਾ ਤੈਨੂੰ ਗਿਆਨ ਹੈ, ਅੰਨਾ ਆ ਤੂੰ।
ਇਸਲਾਮ ਵਾਲੇ ਅੱਲਾ ਨੂੰ ਲਾ ਸ਼ਰੀਕ ਮੰਨਦੇ ਆ, ਉਹਦਾ ਕੋਈ ਸ਼ਰੀਕ ਨਹੀਂ, ਉਹ ਜੰਮਦਾ ਮਰਦਾ ਨਹੀਂ, ਉਹ ਲਾ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ, ਉਹ ਇਕੱਲਾ ਆ, ਉਹ ਜੰਮਦਾ ਮਰਦਾ ਵੀ ਨਹੀਂ। ਪਰ ਇਸ ਗੱਲੋਂ ਥੋੜੀ ਜੀ ਘਾਟ ਰਹਿ ਗਈ, ਰਹਿੰਦਾ ਉਹ ਮੱਕੇ 'ਚ ਆ, ਸਰਬ ਵਿਆਪਕ ਨਹੀਂ ਮੰਨ ਸਕਿਆ। ਜਾਣਕਾਰੀ ਤੇ ਉਹਦੀ ਠੀਕ ਹੈ ਕਿ ਉਹਦੇ ਬਰਾਬਰ ਦਾ ਕੋਈ ਨਹੀਂ, ਉਹ ਲਾ ਸ਼ਰੀਕ ਹੈ, ਉਹ ਜੰਮਦਾ ਮਰਦਾ ਨਹੀਂ, ਪਰ ਉਹ ਰਹਿੰਦਾ ਮੱਕੇ 'ਚ ਹੈ। ਇੱਕ ਅੱਖ ਤੋਂ ਕਾਣਾ ਹੋ ਗਿਆ। ਹੁਣ ਜਦੋਂ ਇਹ ਸਾਰਾ ਕੁਝ ਅਸੀਂ ਪੜ੍ਹਦੇ ਆ ਨਾ ਸਤਿਗੁਰੂ ਜੀ ਦੀ ਬਾਣੀ ਵਿੱਚੋਂ, ਤਾਂ ਸਾਨੂੰ ਇਹਨੂੰ ਸਮਝਣ ਲਈ ਜਿਗਰਾ ਵੱਡਾ ਕਰਨਾ ਪੈਂਦਾ। ਔਰ ਜਦੋਂ ਕੋਈ ਪ੍ਰਚਾਰਕ ਕੋਈ ਗੱਲ ਕਹਿ ਰਿਹਾ ਹੁੰਦਾ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ, ਦੁਨੀਆ ਦੇ ਕਿਸੇ ਵੀ ਖੇਤਰ ਵਿੱਚ, ਗੁਰੂ ਸ਼ਬਦ ਦੀ ਰੌਸ਼ਨੀ ਵਿੱਚ ਜੇ ਗੱਲ ਕਹਿ ਰਿਹਾ, ਕਿਸੇ ਮਨਮਤ ਨੂੰ ਖੰਡਨ ਕਰ ਰਿਹਾ, ਸਾਨੂੰ ਜਿਗਰੇ ਨਾਲ ਸੁਣਨਾ ਚਾਹੀਦਾ। ਔਰ ਇੱਕ ਗੱਲ ਮੈਂ ਹੋਰ ਕਹਿਣਾ, ਕਈ ਵਾਰ ਗੁਰੂ ਸ਼ਬਦ ਦੀ ਵਿਚਾਰ ਦੇ ਅਨੁਸਾਰ ਜਦੋਂ ਕੋਈ ਪ੍ਰਚਾਰਕ ਬੋਲ ਰਿਹਾ ਹੁੰਦਾ, ਅਸੀਂ ਜਦੋਂ ਉਹਨੂੰ ਰੋਕਦੇ ਟੋਕਦੇ ਹਾਂ, ਖਿਮਾ ਕਰਿਓ, ਅਸੀਂ ਪ੍ਰਚਾਰਕ ਦਾ ਵਿਰੋਧ ਨਹੀਂ, ਸਗੋਂ ਅਸੀਂ ਸਿੱਧਾ ਗੁਰਮਤ ਦਾ ਵਿਰੋਧ ਕਰ ਰਹੇ ਹੁੰਨੇ ਹਾਂ, ਅਸੀਂ ਗੁਰਮਤ ਦਾ ਗਲਾ ਘੁੱਟ ਰਹੇ ਹੁੰਨੇ ਹਾਂ। ਹੁਣ ਆਪਾਂ ਸ਼ਲੋਕ ਵੇਖ ਰਹੇ ਹਾਂ, ਲਿਖ ਲਿਖ ਪੜਿਆ ਤੇਤਾ ਕੜਿਆ। ਪੜਨ ਚੋਂ ਨਿਕਲਣਾ ਕੀ ਚਾਹੀਦਾ ਸੀ? ਪੜ੍ਹਵੇ ਸਿਉ ਭਲ ਜੋਗ, ਭਲਾ ਜੋਗ, ਭਲੇ ਸੰਬੰਧ ਨਿਕਲਣੇ ਚਾਹੀਦੇ ਆ। ਆਪਾਂ ਮਾਝ ਕੀ ਵਾਰ ਚ ਵੀ ਪੜਿਆ ਸੀ, ਬਈਏ ਪੜਿਆ ਪਾਸ। ਪੜਿਆ ਪਾਸ ਕਿਉਂ ਬਈਏ? ਕਿਉਂਕਿ ਉਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਆਹ ਪੜਿਆਂ ਦੇ ਕੋਲ ਬਹਿਣ ਦੀ ਗੱਲ ਆ। ਏਦਾਂ ਦੀ ਪੜ੍ਹਾਈ ਹੋਵੇ, ਪਾਪ ਘਟੇ ਤੇ ਪਾਪ ਪੁੰਨ ਨੂੰ ਸਮਝਿਆ ਜਾਏ। ਠੀਕ ਹੈ ਨਾ ਜੀ? ਕਿਤੇ ਬਾਹਰ ਜਾਣ ਦੀ, ਭੱਜਣ ਦੀ, ਇੱਧਰ ਉੱਧਰ ਦੌੜਨ ਦੀ ਲੋੜ ਨਹੀਂ ਸਾਨੂੰ, ਇੰਨਾ ਕੁਝ ਬਾਣੀ 'ਚ ਹੀ ਸਾਡੇ ਕੋਲ ਮੌਜੂਦ ਹੈ। ਪਰ ਬਾਬਾ ਜੀ ਕਹਿੰਦੇ ਨੇ ਲਿਖ ਲਿਖ ਪੜਿਆ, ਨਿਸ਼ਾਨਾ ਉੱਕ ਗਿਆ ਪੜ੍ਹਦਿਆਂ, ਤੇਤਾ ਕੜਿਆ, ਓਨਾ ਹੀ ਕੜ ਗਿਆ। ਪੜਿਆ ਤੇ ਜ਼ਰੂਰ, ਪਰ ਓਨਾ ਹੀ ਨਾਲ ਕੜ ਗਿਆ। ਅੱਗੇ ਕਹਿੰਦੇ ਨੇ ਬਹੁਤ ਤੀਰਥ ਭਵਿਆ, ਬੜਾ ਤੀਰਥਾਂ ਤੇ ਭਟਕਿਆ, ਤੇਤੋ ਲਵਿਆ, ਓਨਾ ਹੀ ਕਾਂ ਵਾਂਗੂ ਕਾਂ ਕਾਂ ਕਰਨ ਲੱਗ ਗਿਆ, ਓਨਾ ਹੀ ਜ਼ਿਆਦਾ ਬੋਲਣ ਲੱਗ ਗਿਆ। ਹੁਣ ਜਾਨੀ ਮੈਂ ਵਾਲੀ ਕਹਾਣੀ ਵੱਧ ਗਈ। ਬਹੁ ਭੇਖ ਕੀਆ। ਹੁਣ ਭੇਖ ਸ਼ਬਦ ਤੁਸੀਂ ਧਿਆਨ ਨਾਲ ਦੇਖ ਲਿਓ, ਜੇ ਭੇਖ ਕੀ ਹੋ ਸਕਦਾ ਹੈ ਜਾਂ ਭੇਖ ਕਿਦਾਂ ਦਾ ਹੋ ਸਕਦਾ ਹੈ। ਔਰ ਜੇ ਧਿਆਨ ਦਿਓ ਤਾਂ ਭੇਖ ਸ਼ਬਦ ਜਦੋਂ ਆਉਂਦਾ ਨਾ, ਅਸੀਂ ਕੱਲਾ ਧਾਰਮਿਕ ਭੇਖ ਹੀ ਮੰਨਦੇ ਹਾਂ ਵੀ ਧਾਰਮਿਕ ਭੇਖ, ਕਿਸੇ ਨੇ ਧਾਰਮਿਕ ਕੱਪੜੇ ਪਾ ਲਏ, ਕਿਸੇ ਨੇ ਸਵਾਹ ਮੜ ਲਈ, ਅਸੀਂ ਧਾਰਮਿਕ ਭੇਖ ਵੱਲ ਆਉਨੇ। ਭੇਖ ਸ਼ਬਦ ਜਦੋਂ ਵਰਤਿਆ, ਪਿਆਰਿਓ, ਭੇਖ ਦਾ ਅਰਥ ਹੈ ਜਿਹੜਾ ਬਾਹਰੋਂ ਦਿਖਾਵਾ ਹੋ ਰਿਹਾ ਪਰ ਅੰਦਰੋਂ ਨਹੀਂ ਹੈਗਾ। ਇਹਦੇ ਚ ਧਾਰਮਿਕ ਵੀ ਆਉਣਗੇ, ਇਹਦੇ ਚ ਰਾਜਨੀਤਿਕ ਵੀ ਆਉਣਗੇ, ਇਹਦੇ ਚ ਤੁਹਾਡੀਆਂ ਕਚਹਿਰੀਆਂ ਚ ਕੰਮ ਕਰਦੇ ਵਕੀਲ ਵੀ ਆਉਣਗੇ, ਜੱਜ ਵੀ ਆਉਣਗੇ, ਪੁਲਿਸ ਵਰਦੀ ਦੇ ਹੇਠ ਲੁਕਿਆ ਇਨਸਾਨ ਉਹ ਵੀ ਆਏਗਾ, ਹਰੇਕ ਆਏਗਾ। ਜਿਸ ਨੇ ਬਾਹਰੋਂ ਲੇਬਲ ਤਾਂ ਇਹ ਲਾਇਆ ਹੋਇਆ ਲੇਕਿਨ ਅੰਦਰੋਂ ਕੁਝ ਹੋਰ ਆ। ਹਰ ਚੀਜ਼ ਭੇਖ ਹੈ। ਜਿਹੜੀ ਡਿਊਟੀ ਤੇ ਬੈਠਾ ਜੇ ਉਹ ਨਹੀਂ ਕਰ ਰਿਹਾ ਨਾ ਤਾਂ ਉਹ ਭੇਖ ਹੈ। ਜੋ ਉਹਦੀ ਜ਼ਿੰਮੇਵਾਰੀ ਹੈ, ਜੋ ਨਹੀਂ ਨਿਭਾ ਰਿਹਾ। ਹੁਣ ਸਕੂਲ ਟੀਚਰ ਦੀ ਕੋਈ ਵਰਦੀ ਤਾਂ ਨਿਸ਼ਚਿਤ ਨਹੀਂ ਨਾ ਹੈਗੀ, ਪਰ ਲੇਬਲ ਉੱਤੇ ਕੀ ਲੱਗਾ ਹੋਇਆ? ਟੀਚਰ ਹੈ, ਮਾਸਟਰ ਹੈ। ਪਰ ਜੇ ਉਹ ਸਕੂਲ ਵਿੱਚ ਜਾ ਕੇ ਨਿਆਣਿਆਂ ਨੂੰ ਪੜ੍ਹਾਵੇ ਨਾ ਤਾਂ ਕੀ ਹੈ? ਮਾਸਟਰੀ ਦਾ ਭੇਖ ਹੈ। ਮਾਸਟਰੀ ਦਾ ਭੇਖ ਹੈ। ਠੀਕ ਹੈ ਨਾ ਜੀ? ਮੋਦੀ ਸਾਹਿਬ ਕੋਈ ਖਾਸ ਵਰਦੀ ਥੋੜਾ ਨਿਸ਼ਚਿਤ ਹੈ, ਪਰ ਜੋ
ਆਪਣੀ ਜਨਤਾ ਦੇ ਪ੍ਰਤੀ, ਆਪਣੀ ਪ੍ਰਜਾ ਦੇ ਪ੍ਰਤੀ ਫਰਜ਼ ਬਣਦੇ ਜੇ ਨਿਭਾ ਨਹੀਂ ਰਹੇ ਤੇ ਕੀ ਹੈ? ਸਿਰਫ ਸਰਕਾਰ ਚਲਾਉਣ ਦਾ ਭੇਖ ਹੈ, ਪ੍ਰਧਾਨ ਮੰਤਰੀ ਦਾ ਸਿਰਫ ਇੱਕ ਭੇਖ ਹੈ। ਤੋ ਭੇਖ ਇਕੱਲੇ ਕੱਪੜੇ ਨਹੀਂ ਹੁੰਦੇ, ਭੇਖ ਇਕੱਲਾ ਬਾਹਰਲਾ ਸਿਰਫ ਵਿਖਾਵਾ ਹੀ ਨਹੀਂ ਹੁੰਦਾ, ਉਹ ਹਰ ਚੀਜ਼ ਭੇਖ ਹੈ ਜਿਹੜੀ ਤੁਹਾਨੂੰ ਕਿਸੇ ਪਰਦੇ ਹੇਠ ਕਰਦੀ ਹੈ। ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ। ਬਹੁ ਭੇਖ ਕੀਆ, ਧਰਮੀ ਬਣ ਗਿਆ? ਭੇਖ ਕਰਨ ਨਾਲ ਧਰਮੀ ਹੋ ਗਿਆ? ਨਹੀਂ, ਦੇਹੀ ਦੁੱਖ ਦੀ ਆ, ਸਰੀਰ ਹੀ ਦੁਖੀ ਕੀਤਾ ਆ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਨਾਲ ਮਹਾਰਾਜ ਕਹਿੰਦੇ 100 ਵੇ ਜੀਆ ਆਪਣਾ ਕੀ। ਇਹ ਬਿਪਤਾ ਤੂੰ ਆਪ ਸਹੇੜੀ ਆ, ਤੈਨੂੰ ਹੁਣ ਸਹਿਣ ਕਰ, ਇਹਨੂੰ ਝੱਲ, ਬਰਦਾਸ਼ਤ ਕਰ ਇਹਨੂੰ ਹੁਣ। ਹਾਂਜੀ, ਅੱਗੇ ਪੜਿਓ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਭਾਇਆ। ਅੰਨ ਨਾ ਖਾਇਆ, ਵਰਤ ਕਿਉਂ ਭੈਣੋ? ਵਰਤਦਾ ਹੀ ਆਊਗਾ ਜੀ। ਮੈਂ ਨਹੀਂ ਕੁਝ ਵੀ ਕਹਿੰਦਾ, ਕੋਈ ਇਤਰਾਜ਼ ਨਾ ਕਰਿਓ। ਇੱਥੇ ਲਿਖਿਆ ਅੰਨ ਨਾ ਖਾਇਆ, ਅੰਨ ਨਹੀਂ ਖਾਦਾ, ਠੀਕ ਹੋ ਗਿਆ ਮਸਲਾ। ਕੋਈ ਕਮੇਟੀ ਕਵੇ, ਪ੍ਰਚਾਰਕ ਕਵੇ, ਕੋਈ ਇਧਰੋਂ ਉਧਰੋਂ ਕਵੇ ਤੇ ਚਲੋ ਗੁੱਸਾ ਹੋ ਸਕਦਾ ਵੀ ਇਹਨੇ ਕਿਉਂ ਕਿਹਾ, ਇਹਨੂੰ ਕੀ ਦਿੱਕਤ ਹੈ। ਤੇ ਜੇ ਹੁਣ ਗੁਰੂ ਨਾਨਕ ਸਾਹਿਬ ਸਿੱਧਾ ਵੇਖੋ ਸਾਹਮਣੇ, ਕੁਝ ਲੁਕਾਸ਼ ਪਾ ਨਹੀਂ, ਕੋਈ ਪਰਦਾ ਨਹੀਂ, ਕੋਈ ਫਿਲਾਸਫੀ ਦਾ ਰੌਲਾ ਨਹੀਂ। ਅੰਨ ਨਾ ਖਾਇਆ, ਸਵਾਦ ਹੀ ਗਵਾਇਆ ਆ। ਰੋਟੀ ਨਹੀਂ ਖਾਧੀ ਤੇ ਸਵਾਦ ਹੀ ਗਵਾਇਆ ਆ। ਸਵਾਦ ਤੋਂ ਹੀ ਬੰਦਾ ਵਿਰਵਾ ਹੋਇਆ, ਛੱਡ ਕੇ ਬੈਠਾ ਰਿਹਾ। ਅੱਗੇ ਬਹੁਤ ਦੁੱਖ ਪਾਇਆ, ਤੇ ਭੁੱਖੇ ਰਹਿਣਾ ਸੌਖਾ ਥੋੜਾ ਹੈਗਾ। ਆਂਦਰਾਂ ਤੇ ਲੂਸਦੀਆਂ ਹੀ ਆ। ਜਾਂ ਫਿਰ ਆਪਣੇ ਪੰਜਾਬ ਵਾਲੇ ਪੰਜਾਬੀ ਦੇ ਵਿੱਚ ਗੱਲ ਕਰ ਕਹਿੰਦੇ ਵੀ ਅੰਦਰ ਫਿਰ ਚੂਹੇ ਤਾਂ ਨੱਚਦੇ ਹੀ ਆ। ਤੇ ਉਹ ਹੁਣ ਜਦੋਂ ਅਸੀਂ ਕਿਸੇ ਕੰਮਕਾਰ ਤੇ ਜਾਂਦੇ ਆ, ਕਿਸੇ ਜ਼ਰੂਰੀ ਰੁਝੇਵੇਂ ਦੇ ਕਾਰਨ ਸਫ਼ਰ ਕਰਦੇ ਆ, ਦੂਰ ਦਰਾਡੇ ਪਹੁੰਚਦਿਆਂ ਜਾਂਦਿਆਂ, ਰੋਟੀ ਘਰੋਂ ਖਾ ਕੇ ਨਹੀਂ ਗਏ, ਰਾਹ 'ਚ ਕਿਤੇ ਟਾਈਮ ਨਹੀਂ ਲੱਗਾ, ਛੇਤੀ ਪਹੁੰਚਣਾ ਸੀ, ਭੁੱਖ ਲੱਗੀ ਹੋਵੇ, ਤੇ ਫਿਰ ਹੁਣ ਬੰਦਿਆਂ ਸਾਰਿਆਂ ਨੂੰ ਸਾਨੂੰ ਪਤਾ ਹੈ ਨਾ ਵੀ ਭੁੱਖ ਲੱਗੀ ਤੋਂ ਕਿੰਨਾ ਕੁ ਕੀ ਕੁਛ ਹੁੰਦਾ ਆ। ਸੜਕ ਤੇ ਦਿਸਦਾ ਕੁਛ ਨਹੀਂ, ਭੁੱਖ ਲੱਗੀ ਹੋਵੇ, ਸੜਕ ਤੇ ਦਿਸਦਾ ਕੁਛ ਨਹੀਂ, ਸੁੱਝਦਾ ਕੁਛ ਨਹੀਂ, ਕੋਈ ਗੱਲ ਔੜਦੀ ਨਹੀਂ, ਭੁੱਖ ਲੱਗੀ ਆ, ਸਤਾ ਰਹੀ ਆ ਭੁੱਖ, ਹੁੰਦਾ ਹੈ ਨਾ ਜੀ। ਬਾਬਾ ਜੀ ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ। ਤੇ ਨਾਲ ਅਗਲੀ ਡਿਗਰੀ ਪਤਾ ਕੀ ਹੈ? ਦੂਜਾ ਪਾਇਆ। ਇਹ ਦੂਜਾ ਪਾਇਆ, ਧਰਮ ਦੀ ਗੱਲ ਨਹੀਂ ਹੈਗੀ ਇਹ। ਹਾਂਜੀ, ਬਸਤਰ ਨਾ ਪਹਿਰੈ ਅਹਿਨਸ ਕਹਿਰੈ। ਲਓ, ਕੱਪੜੇ ਨਾ ਪਾਵੇ ਕੋਈ, ठीक है, कपड़े ना पावे कोई। बाबा जी बहुत पहुंचे हुए, ये कपड़े नहीं पहनते। कित्थे पहुंचे हुए है? कपड़ियां तक ही नहीं पहुंचे, इन्होंने होर कित्थे पहुंचना? ये कित्थे पहुंच गए? बाबा जी दे कपड़ियां तो भी दूर हो गए, जाना इन्होंने कित्थे कित्थे आना है। और फिर कह रहे हैं तुसी आप गौर नाल देख लियो, ਭਾਰਤ ਵਿੱਚ ਇਹਨਾਂ ਲੋਕਾਂ ਦੀ ਕਮੀ ਨਹੀਂ ਹੈਗੀ, ਅਜੇ ਵੀ ਨਹੀਂ ਹੈਗੀ, ਵਾਧੂ ਨੇ। ਆ ਕੁੰਭ ਦੇ ਮੇਲੇ ਤੇ ਵਾਧੂ ਲੱਭ ਜਾਂਦੇ, ਦੇਖੇ ਜਾ ਸਕਦੇ, ਅਖਬਾਰਾਂ ਭਰੀਆਂ ਆਉਂਦੀਆਂ, ਠੀਕ ਹੈ ਨਾ। ਬਸਤਰ ਨਾ ਪਹਿਰੈ, ਨਾ ਪਹਿਨੇ, ਕਿਸੇ ਦਾ ਕੀ ਜਾਂਦਾ। ਪਰ ਬਾਬਾ ਜੀ ਕਹਿੰਦੇ ਜੇ ਧਰਮੀ ਹੋਣ ਵਾਲਾ ਲੇਬਲ ਲਾ ਰਿਹਾ ਨਾ, ਤੂੰ ਕਹਿ ਰਿਹਾ ਵੀ ਮੈਂ ਧਰਮੀ ਹੋ ਗਿਆ, ਮੇਰੇ ਵਰਗਾ ਕੋਈ ਮਹਾਨ ਪੁਰਸ਼ ਨਹੀਂ ਹੈਗਾ, ਤੇ ਇਹ ਨਿਸ ਕਹਿ ਰਹਿ,
ਇਹ ਦਿਨ ਨਿਸ ਰਾਤ, ਦਿਨ ਰਾਤ ਸਿਰਫ ਆਪਣੇ ਸਰੀਰ ਤੇ ਕਹਿਰ ਹੀ ਸਹਾਰ ਰਿਹਾ, ਹੋਰ ਕੁਝ ਨਹੀਂ ਹੈਗਾ। ਧੁੱਪ ਦਾ ਕਹਿਰ, ਸਰਦੀ ਦਾ ਕਹਿਰ। ਤੇ ਜੇ ਸਾਡੇ ਲੋਕਾਂ ਨੂੰ ਇਦਾਂ ਦਾ ਟੱਕਰ ਜਾਂਦਾ, ਕਹਿੰਦੇ ਬੱਲੇ ਬੱਲੇ ਬੱਲੇ, ਬੜੇ ਤਿਆਗੀ ਨੇ। ਮੈਂ ਨਾਂ ਤਾਂ ਨਹੀਂ ਲੈਂਦਾ, ਮੈਨੂੰ ਇੱਕ ਬੀਬੀ ਜੀ ਨੇ ਕਿਹਾ ਕਿਸੇ ਥਾਂ ਤੇ, ਕਹਿੰਦੇ ਬਾਬਾ ਜੀ ਬੜੇ ਤਿਆਗੀ ਸੀ। ਮੈਂ ਕਿਹਾ ਜੀ ਕਿੱਦਾਂ? ਕਹਿੰਦੇ ਕਥਾ 'ਚ ਗੱਲ ਕਰਿਆ ਕਰੋ। ਮੈਂ ਕਿਹਾ ਜੀ ਮੈਨੂੰ ਪਤਾ ਨਹੀਂ, ਸਮਝਾ ਦਿਓ। ਕਹਿੰਦੇ ਬਾਬਾ ਜੀ ਬਹੁਤ ਪਹੁੰਚੇ ਸੀ। ਮੈਂ ਕਿਹਾ ਜੀ ਠੀਕ ਆ, ਕਿੱਦਾਂ ਪਹੁੰਚੇ ਸੀ ਜਾਂ ਕਿੱਦਾਂ, ਉਹ ਮੈਨੂੰ ਸਮਝਾ ਦਿਓ। ਕਹਿੰਦੇ ਬਾਬਾ ਜੀ ਨੇ ਵਿਆਹ ਨਹੀਂ ਕਰਾਇਆ। ਇਹ ਕੋਈ ਨਿਸ਼ਾਨੀ ਹੈ? ਮੈਂ ਕਿਹਾ ਜੀ ਇਹ ਤਾਂ ਕੋਈ ਵੱਡੀ ਗੱਲ ਨਹੀਂ, ਫਿਰ ਕੀ ਆ, ਨਹੀਂ ਕਰਾਇਆ ਤਾਂ। ਨਹੀਂ ਬਾਬਾ ਜੀ ਸਾਰੀ ਉਮਰ ਨੰਗੇ ਪੈਰੀ ਰਹੇ। ਅੱਛਾ ਨਹੀਂ, ਨੰਗੇ ਪੈਰੀ ਰਹੇ, ਫਿਰ ਇਹ ਵੀ ਕੋਈ ਵੱਡੀ ਗੱਲ ਨਹੀਂ, ਫਿਰ ਕੀ ਹੈ? ਭਾਰਤ 'ਚ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਚੱਪਲ ਜੁੱਤੀ ਜੁੜਦੀ ਨਹੀਂ, ਇਹਦੇ ਨਾਲ ਕੀ ਹੋ ਗਿਆ? ਨਹੀਂ ਇੱਕ ਵਾਰੀ ਨਾ ਉਹ ਸਾਈਕਲ ਤੇ ਆਉਂਦੇ ਜਾਂਦੇ ਸੀ, ਉਹਨਾਂ ਦਾ ਸਾਈਕਲ ਸੇਵਕ ਨੇ ਚੁੱਕ ਲਿਆ, ਗੱਡੀ ਦੀ ਚਾਬੀ ਉਹਨਾਂ ਲਾਗੇ ਰੱਖਤੀ। ਜਦੋਂ ਬਾਬਾ ਜੀ ਉੱਠ ਕੇ ਤੁਰਨ ਲੱਗੇ, ਵੇਖਿਆ ਸਾਈਕਲ ਹੈ ਨਹੀਂ। ਕਹਿੰਦੇ ਕਿੱਥੇ ਗਿਆ ਮੇਰਾ ਸਾਈਕਲ? ਕਹਿੰਦੇ ਬਾਬਾ ਜੀ ਗੱਡੀ ਦੀ ਚਾਬੀ। ਕਹਿੰਦੇ ਗੱਡੀ ਦੀ ਚਾਬੀ ਚੁੱਕ ਕੇ ਮਾਰੀ ਬਾਬਿਆਂ ਨੇ। ਕਹਿੰਦੇ ਨਹੀਂ ਮੈਂ ਤਾਂ ਪੈਦਲ ਹੀ ਆ ਜਾਊਂਗਾ, ਮੈਨੂੰ ਨਹੀਂ ਗੱਡੀਆਂ ਦੀ ਲੋੜ। ਅੱਛਾ ਸਾਈਕਲ ਤੇ ਚੜ੍ਹਨਾ ਕੋਈ ਬ੍ਰਹਮ ਗਿਆਨ ਤਾਂ ਥੋੜੀ, ਸਾਈਕਲ ਤੇ ਸਾਰੀ ਦੁਨੀਆ ਚੜ੍ਹੀ ਫਿਰਦੀ ਹੈ। ਮੈਂ ਹੱਥ ਜੋੜੇ, ਮੈਂ ਕਿਹਾ ਜੀ ਇਹ ਨਿਸ਼ਾਨੀਆਂ ਗੁਰੂ ਗ੍ਰੰਥ ਸਾਹਿਬ ਚੋਂ ਨਹੀਂ ਲੱਭਦੀਆਂ, ਇਹ ਗੱਲ ਕਥਾ 'ਚ ਨਹੀਂ ਹੋ ਸਕਦੀ। ਜੇ ਤੁਸੀਂ ਕਹੋਗੇ ਤੇ ਮੈਂ ਕਰ ਤਾਂ ਦਿਆਂਗਾ, ਪਰ ਤੁਹਾਨੂੰ ਪਚਣੀ ਨਹੀਂ। ਇਹ ਕੋਈ ਨਿਸ਼ਾਨੀਆਂ ਥੋੜੀਆਂ ਹੈ। ਆਹ ਦੇਖ ਲਿਓ ਤੁਹਾਡੇ ਸਾਹਮਣੇ, ਬਸਤਰ ਨਾ ਪਹਿਰ ਹੈ, ਇਹ ਨਿਸ ਕਹਿਰ ਹੈ। ਇਹ ਤੇ ਕਹਿਰ ਹੀ ਸਹਾਰ ਰਿਹਾ, ਹੋਰ ਕੁਛ ਨਹੀਂ। ਹਾਂਜੀ। ਮੋਨ ਵਿਗੂਤਾ ਕਿਉਂ ਜਾਗੈ, ਗੁਰ ਬਿਨ ਸੂਤਾ। ਮੌਨ ਵਿਗੂਤਾ, ਮੌਨੀ ਹੋਇਆ, ਮੂੰਹ ਤੋਂ ਚੁੱਪ, ਬੋਲਦੇ ਨਹੀਂ, ਬਹੁਤ ਘੱਟ ਬੋਲਦੇ ਨੇ, ਸੁਰਤ ਜੁੜੀ ਹੋਈ ਆ, ਨਹੀਂ ਬੋਲਦੇ ਨਾ ਸਹੀ, ਫਿਰ ਕੀ ਹੈ? ਪਰ ਗੁਰੂ ਨਾਨਕ ਸਾਹਿਬ ਤਾਂ ਵਾਧੂ ਬੋਲੇ, ਜਿੱਥੇ ਗਏ ਉੱਥੇ ਬੋਲੇ ਨਾ। ਸੱਜਣ ਕੋਲ ਬੋਲੇ, ਭੂਮੀਏ ਚੋਰ ਕੋਲ ਬੋਲੇ, ਮਲਕ ਭਾਗੋ ਦੇ ਸਾਹਮਣੇ ਬੋਲੇ, ਬਾਬਰ ਦੇ ਸਾਹਮਣੇ ਬੋਲੇ, ਕਿੱਥੇ ਨਹੀਂ ਬੋਲੇ? ਬਾਬਾ ਜੀ ਮੌਨੀ ਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਚਲੋ ਮੌਨੀ ਠੀਕ ਆ, ਧਿਆਨ ਰੱਖਿਓ ਸੁੱਤਾ ਜੇ। ਇਹ ਸੁੱਤਾ ਆ, ਸੁੱਤਾ, ਇਹ ਜਾਗਦਾ ਨਹੀਂ ਆ। ਕੱਲਾ ਮੌਨੀ ਨਹੀਂ ਹੈ, ਸੁੱਤਾ ਵੀ ਆ, ਇਹਦੀ ਅੱਖ ਲੱਗੀ ਹੋਈ ਆ, ਇਹਦਾ ਦਿਮਾਗ ਟਿਕਾਣੇ ਨਹੀਂ ਆ। ਹਾਂਜੀ। ਪਗ ਉਪੇ ਤਾਣਾ ਆਪਣਾ ਕੀ ਕਮਾਣਾ। ਲਓ ਜੀ, ਪੱਗ ਉਪੇ ਤਾਣਾ, ਪੈਰਾਂ ਤੋਂ ਨੰਗੇ ਰਹਿਣਾ। ਜੇ ਜ਼ਿਆਦਾ ਚਿਰ ਨਾ ਰਿਹਾ ਜਾਵੇ ਤੇ ਧਾਰਮਿਕ ਸਥਾਨਾਂ ਵੱਲ ਨੰਗੇ ਪੈਰੀ ਜਾਣਾ, ਧਾਰਮਿਕ ਸਥਾਨਾਂ ਵੱਲ ਨੰਗੇ ਪੈਰੀ ਜਾਣਾ। ਤੇ ਕੁਝ ਲੋਕ ਮੈਂ ਵੇਖੇ ਦਿੱਲੀ ਵੀ, ਉਹ ਗੁਰਦੁਆਰੇ ਨੂੰ ਨੰਗੇ ਪੈਰੀ ਜਾ ਰਿਹਾ, ਡਰਾਈਵਰ ਪਿੱਛੇ ਗੱਡੀ ਲੈ ਕੇ ਆ ਰਿਹਾ, ਗੁਰਦੁਆਰਿਓਂ ਗੱਡੀ 'ਚ ਬਹਿ ਕੇ ਜੁੱਤੀ ਪਾ ਕੇ ਆਪਣੇ ਕੰਮ ਤੇ ਜਾ ਰਿਹਾ। ਬਸ 5 7 10 ਮਿੰਟ ਨੰਗੇ ਪੈਰੀ ਰਹਿ ਗਏ, ਬਸ ਕੰਮ ਨਿਬੜ ਗਿਆ। ਫਿਰ ਭਾਈ ਗੁਰਦਾਸ ਜੀ ਨੇ ਐਵੇਂ ਥੋੜਾ ਲਿਖਿਆ, ਮਿਲਿਆ ਜੇ ਤੀਰਥ ਨਾਤਿਆਂ ਡੱਡਾਂ ਜਲ ਵਾਸੀ, ਵਾਲ ਵਧਾਇਆ ਪਾਈਐ ਬੜ ਜਟਾਂ ਪਲਾਸੀ। ਉੱਥੇ ਹੀ ਫਿਰ ਭਾਈ ਗੁਰਦਾਸ ਕਹਿੰਦੇ ਨੰਗੇ ਰਹਿਆਂ ਜੇ ਮਿਲੈ ਬਣ ਮਿਰਗ ਉਦਾਸੀ, ਜੇ ਪਾਈਐ ਚੁੱਪ ਕੀਤਿਆਂ ਪਸ਼ੂਆ ਜੜ ਹਾਸੀ। ਫਿਰ ਤੇ ਆ ਸਾਰੇ ਲੱਗੇ ਹੀ ਹੋਏ ਆ। ਛੱਡ ਦਿਓ, ਇਹਨਾਂ ਗੱਲਾਂ 'ਚ ਕੁਛ ਨਹੀਂ ਰੱਖਿਆ ਹੋਇਆ, ਨਾ ਕਿਸੇ ਨੂੰ ਕੁਝ ਲੱਭਿਆ ਨਾ ਲੱਭਣਾ। ਜੋ ਗੁਰੂ ਕਹਿ ਰਿਹਾ ਉਹ ਸਾਡੇ ਲਈ ਸੱਤ ਹੈ, ਇਹੀ ਮੰਨਿਆ ਗੁਜ਼ਾਰਾ ਹੋਏਗਾ। ਤਾਂ ਭਟਕਣ ਦੀ, ਭਰਮਣ ਦੀ, ਡਰਨ ਦੀ, ਘਬਰਾਉਣ ਦੀ, ਭੁਲੇਖਿਆਂ 'ਚ ਪੈਣ ਦੀ ਸਾਨੂੰ ਲੋੜ ਨਹੀਂ ਆ। ਧਿਆਨ ਨਾਲ ਦੇਖਿਓ। ਹਾਂਜੀ। ਮਲ ਮਲ ਖਾਈ ਸਿਰ ਸ਼ਾਈ ਪਾਈ,
ਮੂਰਖ ਅੰਧੈ ਪਤ ਗਵਾਈ। ਆਲ ਮਲ ਖਾਈ, ਗੰਦ ਮੰਦ ਖਾਦਾ। ਠੀਕ ਹੈ, ਪਾਣੀ ਫਿਲਟਰ ਦਾ ਪੀਣਾ, ਬੋਤਲ ਵਾਲਾ ਪੀਣਾ, ਹੱਥ ਧੋ ਕੇ ਖਾਣਾ ਖਾਣਾ, ਤੇ ਗੁਰਦੁਆਰੇ ਆ ਕੇ ਉਹ ਪਾਣੀ ਪੀ ਲੈਣਾ ਜਿੱਥੇ ਪੈਰ ਧੋਤੇ ਆ। ਪੀਤਾ ਹੀ ਥੋੜਾ, ਚੁਲੀ ਭਰ ਕੇ ਸਿਰ 'ਚ ਵੀ ਪਾਈ। ਕੀ ਇਹ ਕੀ ਕੀਤਾ ਹੈ? ਇਹਦੇ ਨਾਲ ਨਿਮਰਤਾ ਆਉਂਦੀ ਆ ਗਈ? ਆ ਗਈ? ਨਹੀਂ ਆਈ। ਇਹ ਨਿਮਰਤਾ ਦਾ ਕੁੰਡ ਥੋੜੀ ਹੈਗਾ, ਭੁਲੇਖੇ 'ਚ ਪੈ ਗਏ ਅਸੀਂ, ਭੁਲੇਖੇ 'ਚ ਪੈ ਗਏ ਆ। ਸਤਿਗੁਰੂ ਨੇ ਆ ਜਿਹੜੇ ਲੋਕ ਇੱਧਰ ਲੱਗੇ ਹੋਏ ਸੀ, ਸਤਿਗੁਰੂ ਨੇ ਉਹਨਾਂ ਨੂੰ ਵੀ ਫੜਿਆ ਔਰ ਉਹਨਾਂ ਨੂੰ ਵੀ ਸਹੀ ਟਿਕਾਣੇ ਤੇ ਲਿਆਉਣ ਲਈ ਜ਼ੋਰ ਲਾਇਆ। ਹਨੇਰ ਸਾਈਂ ਦਾ ਦੀਵੇ ਥੱਲੇ ਹਨੇਰਾ ਹੋ ਗਿਆ, ਸਾਡੇ ਆਪਣੇ ਹੀ ਲੱਗ ਗਏ। ਹਾਂਜੀ, ਬਿਨ ਨਾਮੈ ਕਿਛ ਪਾਇ ਨ ਪਾਈ। ਜਿਨ੍ਹਾਂ ਨੇ ਆਲ ਮਲ ਖਾਦਾ, ਸਿਰ ਵਿੱਚ ਵੀ ਪਾਇਆ, ਉਹ ਧਰਮੀ ਨਹੀਂ, ਸਿਆਣੇ ਨਹੀਂ। ਡਿਗਰੀ ਕੀ ਦਿੱਤੀ ਹੈ? ਮੂਰਖ ਅੰਧੈ, ਬੋਲੋ ਮੂਰਖ ਅੰਧੈ। ਪਤ ਦਾ ਅਰਥ ਹੈ ਇੱਜ਼ਤ। ਇਹਨਾਂ ਨੇ ਇੱਜ਼ਤ ਗਵਾ ਲਈ ਆ। ਇਹ ਅੰਨੇ ਨੇ, ਮੂਰਖ ਨੇ। ਇਹਦੋਂ ਹੋਰ ਕੀ ਕਿਹਾ ਜਾ ਸਕਦਾ ਜੀ? ਰਹਿ ਦੇ ਬਾਣੀ ਮੜੀ ਮਸਾਣੀ। ਜਿਹੜੇ ਮੜੀਆਂ 'ਚ, ਮਸਾਣਾਂ 'ਚ, ਉਜਾੜਾਂ 'ਚ ਬੈਠੇ ਹੋਏ ਤਪ ਸਾਧ ਰਹੇ ਆ ਜੀ। ਅੰਧ ਨਾ ਜਾਣੈ ਫਿਰ ਪਛਤਾਣੀ। ਇਹ ਵੀ ਅੰਨੇ ਆ, ਇਹਨਾਂ ਨੂੰ ਵੀ ਕੋਈ ਜਾਣਕਾਰੀ ਨਹੀਂ। ਇਹ ਅੰਨੇ ਆ, ਇਹਨਾਂ ਨੂੰ ਕੁਝ ਨਹੀਂ ਪਤਾ ਹੈਗਾ। ਸਤਿਗੁਰ ਭੇਟੇ ਸੋ ਸੁਖ ਪਾਏ। ਹਰਿ ਕਾ ਨਾਮ ਮਨ ਵਸਾਏ। ਵਾਹ ਵਾਹ ਵਾਹ। ਸਤਿਗੁਰੂ ਮਿਲ ਪਵੇ ਤੇ ਹਰੀ ਦਾ ਨਾਮ ਮਨ 'ਚ ਵਸ ਜਾਏ, ਸੋ ਸੁਖ ਪਾਏ। ਉਹੀ ਮਨੁੱਖ ਸੁਖ ਪਾਉਂਦਾ ਜਿਹਨੂੰ ਸਤਿਗੁਰੂ ਮਿਲਦਾ ਹੈ ਤੇ ਸਤਿਗੁਰੂ ਦਾ ਨਾਮ ਹਿਰਦੇ 'ਚ, ਉਪਦੇਸ਼ ਹਿਰਦੇ 'ਚ ਟਿਕਦਾ ਆ, ਉਹੋ ਹੀ ਸੁਖ ਪਾਉਂਦਾ। ਨਾਨਕ ਨਦਰ ਕਰੇ ਸੋ ਪਾਏ। ਆਸ ਅੰਦੇਸੇ ਤੇ ਨਿਹ ਕੇਵਲ। ਹਉਮੈ ਸ਼ਬਦ ਜਲਾਏ। ਕੌੜੀ ਭਗਤ ਤੇਰਾ ਮਨ ਭਾਵਦੇ। ਦਰ ਸੋਹਨ ਕੀਰਤ ਗਾਵਦੇ। ਨਾਨਕ ਕਰਮਾਂ ਬਾਹਰੇ। ਦਰ ਢੋ ਨ ਲਹਿਨੀ ਧਾਮਦੇ। ਇਕ ਮੂਲ ਨ ਬੁਝਣ ਆਪਣਾ। ਅਣਹੋਂਦਾ ਆਪ ਗਣਾਇਂਦੇ। ਹਉ ਢਾਡੀ ਕਾ ਨੀਚ ਜਾਤ। ਹੋਰ ਉਤਮ ਜਾਤ ਸਦਾਇਂਦੇ। ਤਿਨ ਮੰਗਾ ਜੇ ਤੁਝੈ ਧਿਆਇਂਦੇ। ਸ਼ਲੋਕ ਮਹਿਲਾ ਪਹਿਲਾ। ਤੂੰ ਰਾਜਾ ਤੂੰ ਪ੍ਰਜਾ ਤੂੰ ਸਭ ਸੰਸਾਰ। ਤੂੰ ਮੰਡਪ ਤੂੰ ਮਾੜੀ ਤੂੰ ਬੈਸਨਹਾਰ। ਤੂੰ ਸੋਇਨਾ ਤੂੰ ਰੂਪਾ ਤੂੰ ਪਹਿਨਣਹਾਰ। ਤੂੰ ਗਾਇਆ ਤੂੰ ਕੱਪੜ ਤੂੰ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ। ਕੂੜ ਕੂੜੈ ਨੇ ਲੱਗਾ ਵਿਸਰਿਆ ਕਰਤਾ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰ। ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ ਪਹਿਲਾ ਪਹਿਲਾ। ਹਾਂਜੀ, ਅਖੀਰਲੀ ਲਾਈਨ ਜਿਹੜੀ ਆ ਉਹ ਖਾਸ ਧਿਆਨ 'ਚ ਰੱਖਿਓ। ਨਾਨਕ ਵਖਾਣੈ ਬੇਨਤੀ ਤੁਧ ਬਾਝ। ਤੁਧ ਬਾਝ, ਤੇਰੇ ਤੋਂ ਬਿਨਾ। ਪਰ ਜੇ ਵੇਚਿਆ ਫਿਰ ਕੂੜ ਨਹੀਂ। ਪਰ ਜੇ ਵਿੱਚ ਨਹੀਂ, ਤੁਧ ਬਾਝ, ਤੇਰੇ ਤੋਂ ਬਿਨਾ, ਫਿਰ ਕੂੜਿਆ। ਜੇ ਉਹ ਵੇਚਿਆ ਫਿਰ ਸੱਚ ਆ ਨਾ।
ਜੇ ਵਿੱਚ ਨਹੀਂ ਫਿਰ ਕੂੜ ਆ। ਕਈ ਵਾਰੀ ਅਸੀਂ ਇਸ ਨੂੰ ਉੱਪਰਲੇ ਲੈਵਲ ਤੋਂ ਉੱਤੋਂ ਹੀ ਅਸੀਂ ਵੇਖੀ ਜਾਂਦੇ ਹਾਂ ਵੀ ਵੇਖੋ ਮਹਾਰਾਜ ਨੇ ਕਿਹਾ ਵੀ ਇਹ ਸਾਰਾ ਕੁਝ ਕੂੜ ਹੀ ਆ, ਇਹ ਸਭ ਕੂੜ ਹੀ ਆ। ਕੱਲ ਅਸੀਂ ਪੜ੍ਹਿਆ ਸੀ ਇਹ ਜੱਗ, ਹਾਂ ਇਹ ਜੱਗ ਸੱਚੇ ਦੀ ਕੋਠੜੀ ਆ। ਜਗਤ ਮਾੜਾ ਨਹੀਂ। ਜੇ ਅਸੀਂ ਵੀ ਜਗਤ ਨੂੰ ਮਾੜਾ ਕਹਿ ਰਹੇ ਹਾਂ, ਗਲਤ ਕਹਿ ਰਹੇ ਹਾਂ ਵੀ ਇਹ ਮਾੜਾ ਹੈ, ਮੋਹ ਮਾਇਆ ਦਾ ਜਾਲ ਹੈ, ਇਹ ਤੇ ਬਸ ਇੱਥੇ ਤਾਂ ਲੜਾਈ ਝਗੜਾ ਤੇ ਇਹੋ ਕੁਛ ਹੀ ਆ, ਇੱਥੇ ਤਾਂ ਸਾਰਾ ਕਲੇ ਕਲੇਸ਼ ਹੀ ਆ। ਜੇ ਅਸੀਂ ਇਸ ਸੰਸਾਰ ਨੂੰ ਸਜ਼ਾ ਭੁਗਤਣ ਦਾ ਥਾਂ ਹੀ ਮੰਨ ਰਹੇ ਹਾਂ ਤਾਂ ਆਪ ਜੀ ਨੇ ਫਿਰ ਵੇਖ ਲੈਣਾ ਇਹ ਜੱਗ ਸੱਚੇ ਕੀ ਹੈ ਕੋਠੜੀ। ਜਿੱਥੇ ਸੱਚੇ ਦੀ ਕੋਠੜੀ ਆ ਤੇ ਸੱਚੇ ਦਾ ਵਿੱਚ ਵਾਸ ਆ, ਹੈ ਨਾ ਜੀ। ਕੂੜ ਉਹਦੇ ਤੋਂ ਬਿਨਾ ਕੂੜ ਹੈ, ਪਰ ਜੇ ਉਹਨੂੰ ਨਾਲ ਰੱਖ ਲਈਏ ਫਿਰ ਕੂੜ ਨੇੜੇ ਨਹੀਂ ਆ। ਫਿਰ ਤੁਸੀਂ ਵੇਖ ਸਕਦੇ ਹੋ ਬਹੁਤ ਸਾਰੇ ਉਹ ਲੋਕ ਵੀ ਸਾਡੇ ਇਤਿਹਾਸ ਦੇ ਸ਼ਿੰਗਾਰ ਬਣੇ ਜਿਨ੍ਹਾਂ ਕੋਲ ਚੌਧਰਪੁਣਾ ਸੀ, ਰਾਜ ਗੱਦੀਆਂ ਸੀ। ਜਦੋਂ ਗੁਰੂ ਸਾਹਿਬ ਨੂੰ ਮਿਲੇ ਉਹਨਾਂ ਨੂੰ ਹੋਰ ਚਾਰ ਚਾਨਣ ਲੱਗੇ, ਉਹਨਾਂ ਨੂੰ ਹੋਰ ਚਾਰ ਚਾਨਣ ਲੱਗੇ। ਮੇਰੇ ਵੀਰ ਬੈਠੇ ਆ, ਵਿਦਿਆਰਥੀ ਵੀਰ ਵੀ ਬੈਠੇ ਆ, ਸਟਾਫ ਦੇ ਬੈਠੇ ਆ, ਪ੍ਰਿੰਸੀਪਲ ਸਾਹਿਬ ਬੈਠੇ ਆ। ਆਪ ਜੀ ਨੇ ਇਤਿਹਾਸ 'ਚੋਂ ਪੜ੍ਹਿਆ ਹੋਏਗਾ ਚੌਧਰੀ ਲੰਗਾ। ਉਹ ਚੌਧਰੀ ਰਿਹਾ। ਇੱਕ ਨਾਂ ਤੁਸੀਂ ਬਹੁਤ ਇਤਿਹਾਸ ਵਿੱਚੋਂ ਸੋਹਣੇ ਢੰਗ ਨਾਲ ਪੜ੍ਹਦੇ ਸੁਣਦੇ ਤੇ ਮਾਣ ਕਰਦੇ ਹੋ, ਮਾਈ ਭਾਗੋ, ਬੀਬੀ ਭਾਗ ਕੌਰ ਵੀ ਕਹਿੰਦੇ ਆ। ਇਹ ਉਸੇ ਪਰਿਵਾਰ ਚੋਂ ਆ, ਚੌਧਰੀ ਲੰਗਾ ਦੇ ਪਰਿਵਾਰ ਚੋਂ। ਝਬਾਲ ਜਿਹੜਾ ਬੀੜ ਬਾਬਾ ਬੁੱਢਾ ਸਾਹਿਬ ਦੇ ਨੇੜੇ, ਉੱਥੋਂ ਦੇ ਰਹਿਣ ਵਾਲੇ ਆ। ਜਿਸ ਦਿਨ ਅੰਮ੍ਰਿਤਸਰ ਦੀ ਜੰਗ ਹੋਈ ਆ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਅੰਮ੍ਰਿਤਸਰ ਦੀ ਜੰਗ ਹੋਈ, ਬੀਬੀ ਵੀਰੋ ਦਾ ਉਸ ਦਿਨ ਵਿਆਹ ਰੱਖਿਆ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਦਾ। ਜਦੋਂ ਮਹਾਰਾਜ ਨੂੰ ਸੂਈਏ ਨੇ ਖਬਰ ਦਿੱਤੀ ਕਿ ਮਹਾਰਾਜ ਫੌਜ ਚੜੀ ਆ ਰਹੀ ਆ, ਤੇ ਮਹਾਰਾਜ ਨੇ ਪਹਿਲਾਂ ਹੀ ਪ੍ਰਬੰਧ ਕਰ ਲਿਆ। ਆਖਿਆ ਜਿਹੜੀ ਬਰਾਤ ਅੰਮ੍ਰਿਤਸਰ ਨੂੰ ਆ ਰਹੀ ਉਹਨਾਂ ਨੂੰ ਰਾਹ 'ਚ ਰੋਕੋ, ਉਹਨਾਂ ਨੂੰ ਕਹੋ ਝਬਾਲ ਜਾਓ। ਬੀਬੀ ਵੀਰੋ ਜੀ ਦਾ ਵਿਆਹ ਅੰਮ੍ਰਿਤਸਰ ਦੀ ਬਜਾਏ ਇਸ ਜੰਗ ਦੇ ਕਾਰਨ, ਫੌਜ ਦੇ ਚੜ੍ਹਨ ਦੇ ਕਾਰਨ ਚੌਧਰੀ ਲੰਗਾ ਦੇ ਘਰੇ ਝਬਾਲ ਵਿਖੇ ਹੋਇਆ। ਔਰ ਤੁਸੀਂ ਅੰਦਾਜ਼ਾ ਲਾਓ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖਿਲਾਫ ਫੌਜ ਚੜੀ ਆਉਂਦੀ ਆ ਤੇ ਚੌਧਰੀ ਲੰਗਾ ਦੇ ਘਰੇ ਗੁਰੂ ਸਾਹਿਬ ਦੀ ਬੇਟੀ ਦਾ ਆਨੰਦ ਕਾਰਜ ਵਿਆਹ ਹੋ ਰਿਹਾ, ਤੇ ਮਾੜੀ ਮੋਟੀ ਗੱਲ ਨਹੀਂ ਨਾ, ਹਕੂਮਤ ਕੁਝ ਵੀ ਕਰ ਸਕਦੀ ਆ। ਪਰ ਮੱਥੇ ਵੱਟ ਨਹੀਂ ਪਾਇਆ ਉਹਨੇ ਇਹ ਨਹੀਂ ਆਖਿਆ ਕਿ ਹਕੂਮਤ ਨਾਲ ਵੈਰ ਮੇਰਾ ਪੈ ਜਾਏਗਾ ਨਾ। ਇੱਧਰ ਵਿਆਹ ਹੋ ਰਿਹਾ, ਉਧਰ ਜੰਗ ਹੋ ਰਹੀ ਹੈ। ਚੌਧਰੀ ਲੰਗਾ। ਭਾਈ ਮਨਸੁਖ ਦਾ ਨਾਂ ਸੁਣਿਆ ਹੋਏਗਾ, ਰਾਜਾ ਸ਼ਿਵਨਾਭ ਦਾ ਨਾਂ ਸੁਣਿਆ ਹੋਏਗਾ। ਇੱਕ ਨਹੀਂ ਕਿੰਨੇ। ਔਰ ਗੁਰੂ ਪਿਆਰਿਓ, ਸਾਰਾ ਜਿੰਨਾ ਵੀ ਪ੍ਰਬੰਧ ਰਾਜਾ ਸ਼ਿਵਨਾਭ ਦੇ ਬਾਰੇ ਤਾਂ ਇਦਾਂ ਵੀ ਮਿਲਦਾ ਕਿ ਜਦੋਂ ਮਹਾਰਾਜ ਉੱਥੇ ਗਏ, ਮਿਲਿਆ, ਇੰਤਜ਼ਾਰ ਵਿੱਚ ਸੀਗਾ। ਉੱਥੇ ਇਹ ਵੀ ਮਿਲਦਾ ਕਿ ਮਹਾਰਾਜ ਜਦੋਂ ਉੱਥੋਂ ਵਾਪਸ ਆਉਣ ਲੱਗੇ ਤੇ ਆਖਣ ਲੱਗਾ, ਮਹਾਰਾਜ ਮੈਂ ਨਾਲ ਜਾਣਾ ਹੈ, ਮੈਂ ਨਹੀਂ ਰਹਿਣਾ, ਤੁਸੀਂ ਇਹ ਰਾਜ ਭਾਗ ਤੇ ਕਿਸੇ ਨੂੰ ਬਿਠਾ ਦਿਓ। ਔਰ ਮਹਾਰਾਜ ਨੇ ਆਖਿਆ ਨਹੀਂ, ਰਾਜ ਭਾਗ ਕਰਨ ਦਾ ਸਵਾਦ ਹੋਣ ਆਏਗਾ, ਬੈਠ ਹੁਣ ਬੈਠ। ਔਰ ਬੜੀਆਂ ਕਮਾਲ ਦੀਆਂ ਸਾਨੂੰ ਇਤਿਹਾਸ ਵਿੱਚੋਂ ਇਹ ਮਿਸਾਲਾਂ ਮਿਲਦੀਆਂ। ਦੌਲਤ ਖਾਨ ਮਾਇਆ ਦੇ ਢੇਰ ਤੇ ਬੈਠਾ ਵੀ ਗੁਰੂ ਨਾਨਕ ਨਾਲ ਪਿਆਰ ਕਰ ਸਕਦਾ, ਠੀਕ ਹੈ ਨਾ। ਮਰਦਾਨਾ ਘਰੋਂ ਗਰੀਬ ਹੋ ਕੇ ਵੀ ਪਿਆਰ ਕਰ ਸਕਦਾ, ਕੋਈ ਫਰਕ ਨਹੀਂ, ਦੋਵੇਂ ਪਾਸੇ ਕੂੜ ਨਹੀਂ।
ਪਰ ਮਲਕ ਭਾਗੋ ਕਿਉਂਕਿ ਸੱਚ ਤੋਂ ਟੁੱਟਾ ਹੋਇਆ, ਲੋਕਾਂ ਨੂੰ ਨਿਚੋੜ ਰਿਹਾ, ਲੋਕਾਂ ਨੂੰ ਲੁੱਟ ਰਿਹਾ, ਤਬਾਹ ਕਰ ਰਿਹਾ, ਲੋਕਾਂ ਕੋਲ ਰਾਸ਼ਨ ਪਾਣੀ ਖੋਹ ਰਿਹਾ, ਉਹ ਬ੍ਰਹਮ ਭੋਜ ਵੀ ਕਰਦਾ ਪਰ ਗੁਰੂ ਨਾਨਕ ਨੂੰ ਪਸੰਦ ਨਹੀਂ। ਕਹਿੰਦੇ ਇਹ ਕੀ ਕਰ ਰਿਹਾ, ਇਹ ਕੂੜ ਹੈ, ਤੂੰ ਕੂੜ ਹੈ, ਤੇਰੇ ਕੋਲ ਸੱਚ ਹੈ ਹੀ ਨਹੀਂ, ਤੂੰ ਆ ਕੁਰਾਏ ਪਿਆ ਹੋਇਆ, ਲੋਕਾਂ ਨੂੰ ਲੁੱਟ ਰਿਹਾ, ਤਬਾਹ ਕਰ ਰਿਹਾ, ਹੈ ਉਹ ਵੀ ਚੌਧਰੀ। ਠੀਕ ਹੈ ਨਾ ਜੀ। ਤੋ ਇੱਥੋਂ ਅਖੀਰਲੀ ਲਾਈਨ 'ਚ ਧਿਆਨ ਰੱਖਣਾ, ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਤੇਰੇ ਤੋਂ ਬਿਨਾ ਕੂੜ ਹੋ ਜਾਂਦਾ ਹੈ, ਤੇਰੇ ਤੋਂ ਬਿਨਾ ਜ਼ਿੰਦਗੀ ਕੂੜ ਨਾਲ ਭਰ ਜਾਂਦੀ ਹੈ, ਤੇਰੇ ਤੋਂ ਬਿਨਾ ਰਾਜ ਭਾਗ ਕੂੜ ਹੋ ਜਾਂਦਾ ਹੈ, ਤੇਰੇ ਤੋਂ ਬਿਨਾ ਸਾਰਾ ਹਾਰ ਸ਼ਿੰਗਾਰ ਕੂੜ ਹੋ ਜਾਂਦਾ ਹੈ, ਤੇਰੇ ਤੋਂ ਬਿਨਾ ਖਾਣਾ ਪੀਣਾ ਪਹਿਨਣਾ ਸਭ ਕੂੜ ਹੋ ਜਾਂਦਾ ਹੈ, ਤੇਰੇ ਤੋਂ ਬਿਨਾ ਸਭ ਮਹਿਲ ਮਾੜੀਆਂ ਕੂੜ ਹੋ ਜਾਂਦੀਆਂ ਨੇ। ਜੇ ਤੂੰ ਵਿੱਚ ਹੋਵੇ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ ਹੈ, ਰਸ ਆਉਂਦਾ ਹੈ, ਆਨੰਦ ਆਉਂਦਾ ਹੈ। ਤਾਂ ਧਿਆਨ ਨਾਲ ਸਮਝ ਲੈਣਾ ਜੀ। ਜੀ ਪਹਿਲਾ ਪਹਿਲਾ ਸੱਚ ਤਾਂ ਪਰ ਜਾਣੀਐ, ਸੱਚ ਤਾਂ ਪਰ ਜਾਣੀਐ, ਜਾਂ ਹਿਰਦੈ ਸੱਚਾ ਹੋਏ। ਕੂੜ ਕੀ ਮਲ ਉਤਰੈ, ਤਨ ਕਰੇ ਅੱਛਾ ਧੋਏ। ਸੱਚ ਤਾਂ ਪਰ ਜਾਣੀਐ, ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਨ ਰਹਿਸੀਐ, ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਐ, ਜਾਂ ਜੁਗਤ ਜਾਣੈ ਜੀਓ। ਧਰਤ ਕਾਇਆ ਸਾਧਕੈ, ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਐ, ਜਾਂ ਸਿੱਖ ਸੱਚੀ ਲੇ। ਦਇਆ ਜਾਣੈ ਜੀ ਕੀ, ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਐ, ਜਾਂ ਆਤਮ ਤੀਰਥ ਕਰੇ ਨਿਵਾਸ। ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ। ਥੋੜੀ ਦਾਨ ਮਹਿੰਦਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਜੇ ਹੋਵੇ ਪੁਰਖ ਲਿਖਿਆ, ਤਾਂ ਧੂੜ ਤਿਨਾਂ ਦੀ ਪਾਈਐ। ਮਤ ਥੋੜੀ ਸੇਵ ਗਵਾਈਐ। ਸ਼ਲੋਕ ਮਹਿਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬਿਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਨਾਨਕ ਪਾਹੈ ਬਾਹਰਾ, ਹੋਰੈ ਰੰਗ ਨਾ ਸੋਏ। ਭੈ ਵਿੱਚ ਖੁੰਭ ਚੜਾਈਐ, ਸ਼ਰਮ ਪਾਹ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਪਹਿਲਾ ਪਹਿਲਾ ਲਭ ਪਾਪ ਦੋਏ, ਰਾਜਾ ਮਹਿੰਦਾ ਕੂੜ ਹੋਆ ਸਿਕਦਾਰ। ਕਾਮ ਨੇਮ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਹੀਅਤ ਗਿਆਨ ਵਿਹੂਣੀ, ਪਾਹੇ ਪਰੇ ਮੁਰਦਾਰ। ਗਿਆਨੀ ਨਚੈ ਵਾਜੇ ਵਾਵੈ, ਰੂਪ ਕਰੈ ਸ਼ਿੰਗਾਰ। ਉੱਚੇ ਕੂਕੈ ਬਾਦਾ ਗਾਵੈ, ਜੋਧਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ, ਸੰਜੈ ਕਰੈ ਪਿਆਰ। ਧਰਮੀ ਧਰਮ ਕਰੈ ਗਾਵਾਵੈ, ਮੰਗੈ ਮੋਖ ਦੁਆਰ। ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ। ਸਭ ਕੋ ਪੂਰਾ ਆਪੇ ਹੋਵੈ, ਘਟ ਨਾ ਕੋਈ ਆਖੈ। ਪਤ ਪਰਵਾਣਾ ਪਿਛੈ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਪਹਿਲਾ ਪਹਿਲਾ ਵਧੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ। ਹੋੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ,
ਤਾਂ ਤਿਨੀ ਖਸਮ ਧਿਆਇਆ। ਇਨਾ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗ ਤੋ ਪਾਇਆ। ਇਕ ਨਾਨੋ ਤੂੰ ਮੇਲ ਲੈ, ਇਕ ਆਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿਥੈ ਤੁਧ ਆਪ ਬੁਝਾਇਆ। ਸਹਿਜੇ ਹੀ ਸਚ ਸਮਾਇਆ। ਸ਼ਲੋਕ ਮਹਿਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਕਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਹਾਂਜੀ, ਇਸ ਸ਼ਲੋਕ ਨੂੰ ਪੜ੍ਹਦਿਆਂ ਆਪ ਜੀ ਨੇ ਦੇਖਿਆ ਹੋਵੇਗਾ, ਇਹਦੇ ਵਿਚਕਾਰ ਰਹਾਉ ਆ ਰਿਹਾ ਹੈ। ਔਰ ਆਪ ਜੀ ਸਾਰੇ ਪਾਠ ਕਰਨ ਵਾਲੇ ਸਿਆਣੇ ਬੈਠੇ ਹੋ, ਦੁਬਾਰਾ ਵੀ ਕਦੀ ਨੋਟ ਕਰ ਲੈਣਾ। ਗੁਰੂ ਗ੍ਰੰਥ ਸਾਹਿਬ 'ਚ ਵਾਰਾਂ 'ਚ ਸ਼ਲੋਕ ਨੇ, ਸ਼ੰਤਾਂ 'ਚ ਵੀ ਆਪਾਂ ਨੂੰ ਸ਼ਲੋਕ ਮਿਲ ਜਾਂਦੇ ਆ। ਅੱਗੇ ਜਾ ਕੇ ਸ਼ਲੋਕ ਵਾਰਾਂ ਤੇ ਵਧੇਕ ਵੀ ਪਹਿਲੇ ਪਾਤਸ਼ਾਹ ਜੀ ਦੇ, ਤੀਜੇ ਪਾਤਸ਼ਾਹ ਜੀ ਦੇ, ਚੌਥੇ ਪਾਤਸ਼ਾਹ ਜੀ ਦੇ, ਪੰਜਵੇਂ ਪਾਤਸ਼ਾਹ ਜੀ ਦੇ, ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਆਪਾਂ ਨੂੰ ਮਿਲਦੇ ਆ। ਕਿਸੇ ਵੀ ਸ਼ਲੋਕ ਵਿੱਚ ਰਹਾਉ ਨਹੀਂ ਆਉਂਦਾ। ਸ਼ਲੋਕਾਂ ਦੀ ਬਣਤਰ ਆਪਾਂ ਸਾਰੇ ਹੀ ਜਾਣਦੇ ਹਾਂ। ਸ਼ਲੋਕਾਂ ਵਿੱਚ ਰਹਾਉ ਕਿਸੇ 'ਚ ਨਹੀਂ। ਸ਼ਬਦਾਂ 'ਚ ਆ ਸਕਦਾ ਹੈ, ਅਸ਼ਟਪਦੀਆਂ 'ਚ ਆ ਜਾਂਦਾ ਹੈ ਨਾ, ਲੰਬੀਆਂ ਬਾਣੀਆਂ 'ਚ ਆ ਜਾਂਦਾ ਹੈ, ਲੇਕਿਨ ਸ਼ੰਤਾਂ ਇਹਨਾਂ ਸ਼ਲੋਕਾਂ ਦੇ ਵਿੱਚ ਰਹਾਉ ਨਹੀਂ ਆਉਂਦਾ। ਮੈਂ ਉਸ ਦਿਨ ਤਾਂ ਵੀ ਰੁਕ ਗਿਆ ਸੀ ਕਿ ਜਦੋਂ ਸਾਹਮਣੇ ਆਏਗਾ ਫਿਰ ਅਸੀਂ ਦੇਖਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਵਿੱਚੋਂ 2 ਵਾਰਾਂ ਇਹ ਐਸੀਆਂ ਜਿਨ੍ਹਾਂ ਵਾਰਾਂ ਦੇ ਵਿੱਚ ਰਹਾਉ ਹੈ। ਰਾਮਕਲੀ ਕੀ ਵਾਰ ਮਹਿਲਾ ਤੀਜਾ, ਯਾਦ ਆ ਜਾਏਗਾ। ਮੈਂ ਤੁਕਾਂ ਸਤਿਗੁਰੂ ਜੀ ਦੀ ਬਾਣੀ ਦੀਆਂ ਬੋਲਦਾ। ਵਾਹ ਵਾਹ ਸੱਚੇ ਪਾਤਸ਼ਾਹ ਤੂੰ, ਸੱਚੀ ਨਾਈ ਰਹਾਉ। ਇੱਕ ਵਾਰੀ ਉੱਥੇ ਰਾਮਕਲੀ ਕੀ ਵਾਰ ਮਹਿਲਾ ਤੀਜਾ ਵਿੱਚ ਰਹਾਉ ਆਇਆ, ਆਪਾਂ ਅੱਗੇ ਜਾ ਕੇ ਪੜਾਂਗੇ, ਸਾਹਮਣੇ ਆਏਗਾ। ਇੱਕ ਵਾਰੀ ਉੱਥੇ ਵੀ ਰਹਾਉ ਆਇਆ। ਇਹ ਰਹਾਉ ਵੀ ਸ਼ਲੋਕ ਦਾ ਨਹੀਂ, ਸਗੋਂ ਇਸ ਵਾਰ ਦਾ ਆ। ਆਸਾ ਕੀ ਵਾਰ ਦਾ ਰਹਾਉ ਇਹ ਹੈ, ਤੇ ਆਪ ਜੀ ਨੂੰ ਸ਼ਾਇਦ ਜਾਣਕਾਰੀ ਇਸ ਬਾਰੇ ਖੂਬ ਹੋਏਗੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਇਹ ਵਾਰ ਕਰਤੇ ਬਾਰੇ ਹੀ ਹੈ। ਕਰਤੇ ਦੀ ਵਡਿਆਈ ਕਰਦੇ ਆ। ਕਰਤਾ ਕੁਦਰਤ ਵਿੱਚ ਵਸਿਆ ਹੋਇਆ ਹੈ, ਰਹਾਉ ਵੀ ਇਹੋ ਹੀ ਕਹਿ ਰਿਹਾ ਹੈ। ਔਰ ਇਹ ਰਹਾਉ ਵਾਰ ਦਾ ਰਹਾਉ ਆ, 24 ਪੌੜੀਆਂ ਦਾ ਰਹਾਉ ਆ। ਜਿੱਦਾਂ ਸੁਖਮਣੀ ਦੀ ਬਾਣੀ 'ਚ 24 ਅਸ਼ਟਪਦੀਆਂ ਦਾ ਇੱਕ ਰਹਾਉ, ਜਿਵੇਂ ਓੰਕਾਰ ਬਾਣੀ ਦਾ ਇੱਕ ਰਹਾਉ, ਜਿਵੇਂ ਸਿੱਧ ਗੋਸ਼ਟ ਦਾ ਇੱਕ ਰਹਾਉ, ਜਿਵੇਂ ਪੱਟੀ ਬਾਣੀ ਦਾ ਇੱਕ ਰਹਾਉ। ਇਹਨਾਂ ਲੰਬੀਆਂ ਬਾਣੀਆਂ 'ਚ ਆਪ ਜੀ ਸਾਰੇ ਦੇਖਿਆ ਹੋਏਗਾ। ਔਰ ਇਵੇਂ ਹੀ ਇਸ ਵਾਰ ਦਾ ਇਹ ਰਹਾਉ ਹੈ, ਸ਼ਲੋਕਾਂ ਦਾ ਨਹੀਂ। ਆਪ ਜੀ ਗਿਣਤੀ ਵੱਲ ਵੀ ਧਿਆਨ ਮਾਰੋ। ਜਾਂ ਹਉ ਕਰੀ ਨਾ ਹੋਈ, ਇੱਥੇ ਇੱਕ। ਅੱਗੇ ਫਿਰ ਤੇਰਾ ਅੰਤ ਨਾ ਜਾਈ ਲਖਿਆ, ਉੱਥੇ ਇੱਕ ਆ ਕੇ ਰਹਾਉ। ਇਹ ਆਮ ਤੌਰ ਤੇ ਆਉਂਦਾ ਹੈ, ਠੀਕ ਹੈ ਜੀ। ਇਹ ਰਹਾਉ ਹੋ ਗਿਆ। ਉਸ ਤੋਂ ਬਾਅਦ ਅਗਲਾ ਬੰਦ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਕਿੰਨੀ ਗਿਣਤੀ ਆ ਰਹੀ ਜੀ? 2। ਇਸ ਤੋਂ ਬਾਅਦ ਤੁਸੀਂ ਅਗਲਾ ਸ਼ਲੋਕ ਨਜ਼ਰ ਮਾਰੋਗੇ, ਤੁਹਾਡੇ ਕੋਲ ਗਿਣਤੀ ਆ ਰਹੀ ਆ 3। ਅਗਲਾ ਸ਼ਲੋਕ ਵੇਖੋਗੇ ਗਿਣਤੀ ਆ ਰਹੀ 4। ਅਖੀਰਲਾ ਸ਼ਲੋਕ ਵੇਖੋਗੇ ਗਿਣਤੀ ਆ ਰਹੀ 5। ਠੀਕ ਹੈ ਜੀ। ਇਸ ਪੌੜੀ ਦੇ ਨਾਲ 5 ਸ਼ਲੋਕ ਹੈ। 5 ਸ਼ਲੋਕਾਂ ਦੀ ਗਿਣਤੀ ਤੁਹਾਡੇ ਕੋਲ ਆ ਰਹੀ ਆ। ਤੋ ਇਹ ਇਸ ਵਾਰ ਦੇ ਨਾਲ, ਇਸ ਪੌੜੀ ਦੇ ਨਾਲ 5 ਸ਼ਲੋਕ ਹੈ।
ਜੇ ਅਖੀਰਲੇ 5 ਵੱਲ ਵੇਖੋਗੇ ਤੇ ਸਮਝ ਲੱਗੇਗਾ ਕਿ ਆਹ ਜਿਹੜਾ ਅਸੀਂ ਪੜ੍ਹ ਰਹੇ ਹਾਂ ਇਹ 2 ਸ਼ਲੋਕ ਹੈ, ਇੱਕ ਰਹਾਉ ਹੈ। ਤਾਂ ਇਹ ਰਹਾਉ ਸ਼ਲੋਕ ਦਾ ਨਹੀਂ, ਸਗੋਂ ਕਿ 24 ਪੌੜੀਆਂ ਦਾ ਵਾਰ ਦਾ ਹੈ। ਹਾਂਜੀ। ਪਹਿਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤਾ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਉ। ਪਹਿਲਾ ਦੂਜਾ ਏਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸੁਦੇਵਸ ਜੇ ਕੋ ਜਾਣੈ ਭਇਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਉ। ਮਹਿਲਾ ਪਹਿਲਾ ਕੁੰਭੇ ਬੱਧਾ ਜਲ ਰਹੈ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੈ ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਐ ਜਿਹਾ ਕਾਲੇ ਕਾਲਣਾ ਦੇਵੇ ਹੋ ਨਾਉ ਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਾਹ ਗਿਆ ਹਾਰੀਐ ਪੜਿਆ ਤੈ ਓਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੈ ਸੋ ਅੱਗੇ ਮਾਰੀਐ। ਠੀਕ ਹੈ ਜੀ। ਪੜਿਆ ਹੋਵੇ ਗੁਨਾਹਗਾਰ, ਗੁਨੇਗਾਰ ਠੀਕ ਨਹੀਂ ਪਾਠ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ। ਜੇ ਪੜਿਆ ਗਲਤੀਆਂ ਕਰ ਰਿਹਾ, ਸਮਝਦਾਰ ਗਲਤੀਆਂ ਕਰ ਰਿਹਾ ਤਾਂ ਸਿਰਫ ਓਮ ਸ਼ਬਦ ਜਾਨੀ ਅਨਪੜ੍ਹ ਜਿਹਦੇ ਕੋ ਅੱਖਰਾਂ ਦਾ ਕੋਈ ਗਿਆਨ ਨਹੀਂ, ਫਿਰ ਉਹਨੂੰ ਨਾ ਬੁਰਾ ਕਹੋ, ਉਹਨੂੰ ਨਾ ਮਾਰੋ। ਜੇ ਪੜਿਆ ਗਲਤੀ ਕਰ ਰਿਹਾ ਤੇ ਅਨਪੜ੍ਹ ਦਾ ਕੀ ਕਸੂਰ ਹੈ? ਠੀਕ ਹੈ ਨਾ ਜੀ, ਅਨਪੜ੍ਹ ਦਾ ਕੀ ਕਸੂਰ ਹੈ? ਔਰ ਮਹਾਰਾਜ ਨੇ ਬੜੀ ਕਮਾਲ ਦੀ ਗੱਲ ਕੀਤੀ, ਆਖਣ ਲੱਗੇ ਐਸੀ ਕਲਾ ਨਾ ਖੇਡੀਐ, ਇਹੋ ਜੀ ਖੇਡ ਨਾ ਖੇਡਿਓ ਜਿਤ ਦਰਗਾਹ ਗਿਆ ਹਾਰੀਐ। ਅਕਾਲ ਪੁਰਖ ਜੀ ਦੇ ਸਾਹਮਣੇ ਹੁੰਦਿਆਂ ਹਾਰ ਜਾਓ, ਇਹੋ ਜੀ ਖੇਡ ਨਾ ਖੇਡਿਓ ਭਾਈ। ਤੇ ਅਕਾਲ ਪੁਰਖ ਜੀ ਕਿੱਥੇ ਰਹਿੰਦੇ ਆ? ਹਾਂਜੀ, ਹੁਣੇ ਪੜਿਆ ਆਪਾਂ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਵਿੱਚ ਹੀ ਆ, ਕਿਤੇ ਬਾਹਰ ਨਹੀਂ, ਕਿਤੇ ਵੱਖਰਾ ਨਹੀਂ। ਅਕਾਲ ਪੁਰਖ ਜੀ ਦੇ ਸਾਹਮਣੇ ਹੁੰਦਿਆਂ ਹਾਰ ਨਾ ਜਾਇਓ, ਇਹੋ ਜੀ ਖੇਡ ਨਾ ਖੇਡਿਓ। ਤਾਂ ਬਾਬਾ ਫਰੀਦ ਸਾਹਿਬ ਨੇ ਕਿਹਾ, ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕੰਮੜੇ ਛੱਡ ਦੇ ਵਿਸਾਰ ਮਤ ਸ਼ਰਮਿੰਦਾ ਥੀ ਵਈ। ਸਾਈਂ ਦਾ ਤੇ ਸਾਈਂ ਦਾ ਦਰਬਾਰ, ਸਾਈਂ ਕਿੱਥੇ ਹੈ? ਡਰਦੇ ਜੇ ਹੋ, ਝਿਜਕਦੇ ਹੋ, ਕਿੱਥੇ ਹੈ ਸਾਈਂ? ਬੜੇ ਸ਼ਬਦ ਨੇ, ਤੁਸੀਂ ਪੜ੍ਹਦੇ ਜਾ। ਗੁਰੂ ਤੇਗ ਬਹਾਦਰ ਸਾਹਿਬ, ਕਾਹੇ ਰੇ ਬਨ ਖੋਜਨ ਜਾਈ, ਘਟ ਘਟ ਮੈਂ ਹਰ ਜੂ ਬਸੈ, ਸਭ ਗੋਬਿੰਦ ਹੈ। ਬਹੁਤ ਸ਼ਬਦ ਨੇ, ਕਿਤੇ ਦੂਰ ਨਹੀਂ। ਨੇੜਾ ਹੈ, ਦੂਰ ਨਾ ਜਾਣਿਓ, ਨੇੜਾ ਹੈ, ਨੇੜੇ ਆ, ਦੂਰ ਨਹੀਂ ਆ। ਬਹੁਤ ਕਮਾਲ ਆ। ਜੇ ਸਾਈਂ ਸਾਡੇ ਵਿੱਚ ਹੈ, ਸਾਡੀ ਕੁਦਰਤ ਵਿੱਚ ਘਰ ਆਸਣ ਡਿਠੋ ਚਾਓ ਹੈ, ਤੇ ਫਿਰ ਸਾਈਂ ਦਾ ਦਰਬਾਰ ਵੀ ਤੇ ਇੱਥੇ ਹੀ ਲੱਗਾ ਹੈ ਨਾ। ਫਿਰ ਸਾਈਂ ਦੇ ਸਾਹਮਣੇ ਵੀ ਤੇ ਸਾਨੂੰ ਇੱਥੇ ਹੀ ਹੋਣਾ ਪੈਣਾ ਨਾ। ਕਿਉਂ ਜੀ? ਘਟ ਘਟ ਮੈਂ ਘਟ ਘਟ ਹੈ ਨਾ। ਇਹ ਨਹੀਂ ਕਿ ਇੱਕ ਹਿਰਦੇ ਜਾਂ ਦੂਜੇ ਚ ਨਹੀਂ, ਦੂਜੇ ਚ ਤੀਜੇ ਚ ਨਹੀਂ, ਇਸ ਜਾਤ ਦੇ ਹੈਗਾ, ਇਸ ਜਾਤ ਦੇ ਨਹੀਂ ਹੈਗਾ, ਐਸਾ ਤਾਂ ਨਹੀਂ ਨਾ। ਘਟ ਘਟ ਮੈਂ ਹਰੇਕ ਘਟ ਚ
ਇਹਦਾ ਮਤਲਬ ਦਰਬਾਰ ਹਰ ਘਾਟ 'ਚ ਆ। ਕਿੱਥੇ ਨਹੀਂ ਦਰਬਾਰ? ਮੱਛੀ ਦੇ ਪਾਣੀ ਬਾਹਰ ਹੀ ਆ ਕਿ ਅੰਦਰ ਵੀ ਆ? ਪਾਣੀ ਮੱਛੀ ਦੇ ਬਾਹਰ ਆ ਕਿ ਪਾਣੀ ਮੱਛੀ ਦੇ ਅੰਦਰ ਆ? ਹਾਂਜੀ ਮੱਛੀ ਦੇ ਅੰਦਰ ਵੀ ਪਾਣੀ ਆ, ਮੱਛੀ ਦੇ ਬਾਹਰ ਵੀ ਪਾਣੀ ਆ, ਕਿਉਂਕਿ ਉਹ ਸਾਹ ਹੀ ਪਾਣੀ ਚ ਲੈਂਦੀ ਆ, ਪਾਣੀ ਹੀ ਅੰਦਰ ਖਿੱਚਦੀ ਆ। ਉਹਦੇ ਗਲਫੜੇ ਜਿਹੜੇ ਆ ਉਹਦੇ ਚੋਂ, ਪਾਣੀ ਚੋਂ ਹੀ ਉਹ ਆਕਸੀਜਨ ਸੋਖਦੇ ਆ, ਬਾਕੀ ਪਾਣੀ ਬਾਹਰ ਕੱਢ ਦਿੰਦੇ ਆ। ਮੱਛੀ ਦਾ ਬਾਹਰੋਂ ਵੀ ਕੋਈ ਥਾਂ ਐਸਾ ਨਹੀਂ ਜਿੱਥੇ ਪਾਣੀ ਨਹੀਂ। ਮੱਛੀ ਦੇ ਸਰੀਰ ਦਾ ਵੀ ਅੰਦਰਲਾ ਹਿੱਸਾ ਕੋਈ ਐਸਾ ਥਾਂ ਨਹੀਂ ਜਿੱਥੇ ਪਾਣੀ ਨਹੀਂ। ਇਦਾਂ ਹੀ ਸਾਡੇ ਹਰ ਪਾਸੇ, ਆਲੇ ਦੁਆਲੇ, ਅੰਦਰ ਬਾਹਰ ਅਕਾਲ ਪੁਰਖ ਸਮਾਇਆ। ਕਿੱਡਾ ਵੱਡਾ ਦਰਬਾਰ। ਤੇ ਅਸੀਂ ਤਾਂ ਸਾਰੇ ਦਰਬਾਰ 'ਚ ਹੀ ਫਿਰ ਰਹੇ ਆ ਨਾ। ਫਿਰ ਅਸੀਂ ਸਾਰੇ ਦਰਬਾਰ 'ਚ ਹੀ ਫਿਰ ਰਹੇ ਆ। ਤੇ ਇਦਾਂ ਅਸੀਂ ਕਦੀ ਸੋਚਿਆ ਹੀ ਨਹੀਂ। ਆਪਾਂ ਤਾਂ ਇੰਨਾ ਕੁ ਜਾਣਦੇ ਆ, ਉਹ ਉਤਲਾ ਹੀ ਜਾਣੇ, ਉਹ ਸੁਣਿਆ ਸੁਣਾਇਆ ਪੱਕਾ ਹੋਇਆ, ਉਹ ਉਤਲਾ ਹੀ ਜਾਣੇ, ਨੀਲੀ ਛੱਤ ਵਾਲੇ ਜਾਣੇ। ਠੀਕ ਆ, ਸਾਡਾ ਪੱਕਾ ਹੋਇਆ। ਲੇਕਿਨ ਜਦੋਂ ਬਾਣੀ ਕਹਿੰਦੀ ਆ, ਬਾਣੀ ਕਹਿੰਦੀ ਸਾਡੇ ਵਿੱਚ ਆ, ਦੂਰ ਨਹੀਂ। ਤਾਂ ਧਿਆਨ ਰੱਖਿਓ ਜੀ, ਜੇ ਅਕਾਲ ਪੁਰਖ ਜੀ ਦੇ ਸਾਹਮਣੇ ਸੁਰਖਰੂ ਹੋਣਾ ਤਾਂ ਫਿਰ ਇਹੋ ਜਿਹੀ ਖੇਡ ਜ਼ਿੰਦਗੀ ਦੀ ਨਾ ਖੇਡੀਏ। ਜਿਹੜੀ ਖੇਡ ਖੇਡਿਆ ਉਹਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ ਤਾਂ ਉਹ ਸਾਡੇ ਵਿੱਚ ਹੈ, ਹਰ ਵੇਲੇ ਨਾਲ ਹੈ। ਸਦ ਸੁਣਦਾ, ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਸਦ ਸੁਣਦਾ, ਸਦ ਵੇਖਦਾ। ਬੜੀਆਂ ਵੱਡੀਆਂ ਗੱਲਾਂ ਨੇ, ਛੋਟੀਆਂ ਨਹੀਂ। ਪੜ੍ਹਨਾ ਸੌਖਾ ਲੱਗਦਾ, ਜਦੋਂ ਤੁਰਨਾ ਪਵੇ ਫਿਰ ਕਿੰਨਾ ਕੁਛ ਢਹਿ ਢੇਰੀ ਹੋਣਾ ਤੇ ਕਿੰਨਾ ਕੁਛ ਨਵਾਂ ਉਸਾਰਨਾ ਪਏਗਾ। ਹਾਂਜੀ। ਸ਼ਲੋਕ ਮਹਿਲਾ ਪਹਿਲਾ। ਨਾਨਕ ਮੇਲ ਸਰੀਰ ਕਾ ਇੱਕ ਰਥ ਇੱਕ ਰਥਵਾ, ਜੁਗ ਜੁਗ ਫੇਰ ਵਡਾਈਐ ਗਿਆਨੀ ਬੁਝੈ ਤਾਂ। ਸਤ ਜੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾ। ਤ੍ਰੇਤੈ ਰਥ ਜਤੈ ਕਾ, ਜੋਰ ਅੱਗੇ ਰਥਵਾ। ਦੁਆਪਰ ਰਥ ਤਪੈ ਕਾ, ਸਤ ਅੱਗੇ ਰਥਵਾ। ਕਲ ਜੁਗ ਰਥ ਅਗਨ ਕਾ, ਕੂੜ ਅੱਗੇ ਰਥਵਾ। ਮਹਿਲਾ ਪਹਿਲਾ। ਸਾਮ ਕਹੈ ਸੇਤ ਅੰਬਰ ਸੁਆਮੀ, ਸਚ ਮਹਿ ਆਛੈ ਸਾਚ ਰਹੇ। ਸਭ ਕੋ ਸਚ ਸਮਾਵੈ, ਰਿਗ ਕਹੈ ਰਹਿਆ ਭਰਪੂਰ। ਰਾਮ ਨਾਮ ਦੇਵਾ ਮੈਂ ਸੋ, ਨਾਇ ਲੈ ਪਰਾਚਤ ਜਾਹੇ। ਨਾਨਕ ਤੋ ਮੁਖ ਅੰਤਰ ਪਾਹੇ। ਤੁਝ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਨ ਭਇਆ। ਪਾਰ ਜਾਤ ਗੋਪੀ ਲੈ ਆਇਆ, ਚੰਦਰਾਵਨ ਮਹਿ ਰੰਗ ਕੀਆ। कल मैं वेद अथर्वन हुआ, नाव खुदाई अल्लाह पया। नील वस्त्र ले कपड़े पहरे, तुर्क पठानी अमल किया। चारे वेद होए सत्यार, पढ़े गुणे तिन चार विचार। पाओ भगत कर नीच सदाए, तो नानक मोख अंतर पाए। पौड़ी। सतगुर विटों मारिया, जित मिले खसम संभालिया। जिन कर उपदेश ज्ञान अंजन दिया, इन्हीं नेत्री जगत निहालिया। खसम छोड़ दूजे लगे, डुबे सेवन जारिया।
ਸਤਿਗੁਰੂ ਹੈ ਮੋਹਿ ਥਾ ਬਿਰਲੇ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ। ਸ਼ਲੋਕ ਪਹਿਲਾ ਪਹਿਲਾ। ਠੀਕ ਹੈ ਜੀ, ਨੋਟ ਰੱਖਿਓ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇ ਵਣਜਾਰਿਆ। ਖਸਮ ਨੂੰ ਛੱਡ ਕੇ ਜਿਹੜੇ ਦੂਜੇ ਪਾਸੇ ਦੂਜੇ ਨਾਲ ਇੱਕ ਤੋਂ ਬਿਨਾਂ ਕਿਸੇ ਹੋਰ ਪਾਸੇ ਮਨ ਲਾ ਕੇ ਬੈਠੇ ਨੇ, ਕੀ ਹੋਏਗਾ? ਡੁੱਬੇ ਸੇ ਵਣਜਾਰਿਆ। ਉਹ ਵਣਜਾਰੇ ਡੁੱਬ ਜਾਂਦੇ ਆ, ਉਹ ਵਣਜਾਰੇ ਡੁੱਬ ਜਾਂਦੇ, ਹਰ ਹਾਲਤ 'ਚ ਡੁੱਬ ਜਾਂਦੇ ਆ। ਔਰ ਡੁੱਬਿਆ ਕੱਲਾ ਪਾਣੀ 'ਚ ਨਹੀਂ ਜਾਂਦਾ। ਅਸੀਂ ਇੱਥੇ ਬੈਠੇ ਹਾਂ, ਇੱਥੇ ਕੋਈ ਪਾਣੀ ਤਾਂ ਨਹੀਂ ਨਾ ਹੈਗਾ। ਸਾਨੂੰ ਲੱਗਦਾ ਵੀ ਅਸੀਂ ਇੱਥੇ ਵੀ ਡੁੱਬ ਸਕਦੇ ਹਾਂ। ਦੁਕਾਨਾਂ ਸੋਹਣੀਆਂ ਬਣੀਆਂ, ਦੁਕਾਨ 'ਚ ਬੈਠਾ ਬੰਦਾ ਡੁੱਬ ਸਕਦਾ? ਨਹੀਂ, ਪਾਣੀ ਨੇੜੇ ਤੇੜੇ ਵੀ ਨਹੀਂ ਲੱਗਦਾ। ਘਰ ਸਾਡੇ ਸੋਹਣੇ ਬਣਾਏ ਆ, ਬਰਸਾਤ ਨੂੰ ਧਿਆਨ 'ਚ ਰੱਖ ਕੇ ਬਣਾਏ, ਉੱਚੇ ਥਾਂ ਤੇ ਬਣਾਏ ਹੋਏ ਆ। ਬਰਸਾਤ ਦਾ ਪਾਣੀ ਘਰਾਂ ਦੇ ਵਿੱਚ ਇੰਨੀ ਛੇਤੀ ਇੰਨਾ ਥੋੜਾ ਚੜ ਜਾਂਦਾ। ਘਰ 'ਚ ਬੈਠਾ ਬੰਦਾ ਡੁੱਬ ਸਕਦਾ? ਸੜਕ ਤੇ ਧੁੱਪ ਲੱਗੀ ਹੋਵੇ, ਕੋਈ ਮੀਂਹ ਬਾਰਿਸ਼ ਕੁਛ ਨਹੀਂ, ਸੜਕ ਤੇ ਤੁਰਿਆ ਜਾਂਦਾ ਬੰਦਾ ਵੀ ਡੁੱਬ ਸਕਦਾ? ਡੁੱਬ ਸਕਦਾ? ਡੁੱਬ ਸਕਦਾ। ਸਾਨੂੰ ਐ ਲੱਗਦਾ ਪਾਣੀ ਹੋਵੇ ਤਾਂ ਹੀ ਬੰਦਾ ਡੁੱਬਦਾ, ਪਰ ਸਤਿਗੁਰੂ ਜਦੋਂ ਵੇਂਦੇ ਕਹਿੰਦੇ ਵਿਚਾਰਾ ਰੜੇ ਥਾਂ ਹੀ ਡੁੱਬ ਗਿਆ, ਹੈ ਨਾ? ਰੜੇ ਥਾਂ ਹੀ। ਇਹ ਕਿਹਾ ਕਿ ਕੋਈ ਵਜ੍ਹਾ ਬਣੀ ਤਾਂ ਡੁੱਬ ਗਿਆ, ਇਹ ਕਿਹਾ ਵਜ੍ਹਾ ਵੀ ਕੋਈ ਨਹੀਂ, ਡੂਬ ਮੋਏ ਵਿਣ ਪਾਣੀ। ਇੱਕ ਤੇ ਆ ਪਾਣੀ ਕਾਰਨ ਡੁੱਬ ਗਿਆ, ਇਹ ਕਿਹਾ ਵੀ ਕਾਰਨ ਵੀ ਕੋਈ ਨਹੀਂ ਤਾਂ ਵੀ ਡੁੱਬ ਗਿਆ। ਇੱਕ ਤੇ ਆ ਕਾਰਨ ਬਣਿਆ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕੋਈ ਲਹਿਰ ਉੱਠ ਖਲੋਤੀ, ਵਿਚਾਰਾ ਡੁੱਬ ਗਿਆ। ਇਹ ਕਿਹਾ ਵੀ ਗੱਲ ਵੀ ਕੋਈ ਨਹੀਂ ਹੋਈ ਤਾਂ ਵੀ ਡੁੱਬ ਗਿਆ। ਕਿਸੇ ਹਾਲਤ 'ਚ ਵੀ ਡੁੱਬ ਸਕਦਾ। ਤਾਂ ਜਦੋਂ ਨਾਮਦੇਵ ਜੀ ਸਾਡੇ ਸਾਹਮਣੇ ਸ਼ਬਦ ਲਿਆਉਂਦੇ ਹੋ, ਫਿਰ ਕਹਿੰਦੇ ਆ ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ ਕੇਸ਼ਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਉਹ ਲੋਭ ਦੀ ਲਹਿਰ ਕਿੱਥੇ ਆ ਰਹੀ ਹੈ? ਸੜਕਾਂ ਤੇ, ਗਲੀਆਂ 'ਚ। ਕਿੱਥੋਂ ਉੱਠਦੀ ਲਹਿਰ? ਉਹ ਐਡਾ ਦਰਿਆ, ਐਡਾ ਸਮੁੰਦਰ ਕਿੱਥੇ ਆ? ਕਦੀ ਧਿਆਨ ਨਹੀਂ ਗਿਆ। ਪੜ੍ਹ ਲਿਆ ਸ਼ਬਦ, ਸੁਣ ਲਿਆ ਸ਼ਬਦ, ਗੌਰ ਕਰੋ ਉਹ ਲਹਿਰ ਕਿੱਥੋਂ ਉੱਠਦੀ ਆ। ਤਾਂ ਜਦੋਂ ਅਸੀਂ ਸਤਿਗੁਰੂ ਦੀ ਭੈ ਭਾਵਨੀ 'ਚ ਬੈਠਦੇ ਹਾਂ, ਫਿਰ ਪਤਾ ਲੱਗਦਾ ਲਹਿਰਾਂ ਤਾਂ ਉੱਠੀ ਜਾ ਰਹੀਆਂ ਨੇ, ਲਗਾਤਾਰ ਉੱਠੀ ਜਾ ਰਹੀਆਂ ਨੇ। ਸਤਿਗੁਰੂ ਕਹਿੰਦੇ ਇੰਨੀਆਂ ਲਹਿਰਾਂ ਡੁੱਬ ਰਿਹਾ, ਤੇਰਾ ਜਹਾਜ਼, ਤੇਰਾ ਬੇੜਾ ਡੁੱਬ ਜਾਣਾ। ਪਰ ਫਿਰ ਇੱਕ ਥਾਂ ਤੇ ਸਾਵਧਾਨੀ ਦਿੰਦੇ ਆ, ਕਹਿੰਦੇ ਫਿਕਰ ਨਾ ਕਰੀ, ਉੱਠ ਲੈਣ ਦੇ ਲਹਿਰਾਂ ਜਿੰਨੀਆਂ ਉੱਠਦੀਆਂ ਆਉਂਦੀਆਂ, ਸੁਨਾਮੀਆਂ ਜਿੰਨੀਆਂ ਆਉਣ ਦੇ। ਬੰਦੇ ਦੇ ਅੰਦਰੋਂ ਉੱਠਦੀਆਂ ਨਾ, ਸੋਚ ਚੋਂ ਉੱਠਦੀਆਂ ਬੰਦੇ ਦੇ। ਉੱਠ ਲੈਣ ਦੇ ਜਿੰਨੀਆਂ ਲਹਿਰਾਂ ਉੱਠਦੀਆਂ, ਆ ਲੈਣ ਦੇ ਸੁਨਾਮੀਆਂ ਜਿੰਨੀਆਂ ਆਉਂਦੀਆਂ। ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਜੇ ਗੁਰੂ ਪਾਤਣ ਹੋਵੇ ਨਾ, ਕੁਛ ਨਹੀਂ ਹੁੰਦਾ, ਬੇੜੇ ਨੂੰ ਕੁਛ ਨਹੀਂ ਆਉਣ ਲੱਗਿਆ, ਡੁੱਬਣ ਨਹੀਂ ਦੇਗਾ। ਗੁਰੂ ਪਾਤਣੀ ਬਣ ਗਿਆ, ਨਹੀਂ ਡੁੱਬਣ ਦਿੰਦਾ। ਬੇੜੇ ਨੂੰ ਕੱਪਰ ਕਿਆ ਕਰੇ, ਕੁਛ ਨਹੀਂ ਆਉਣ ਲੱਗਿਆ। ਬਸ ਭਰੋਸੇ ਤੇ ਪਿਆਰ ਨਾਲ ਗੁਰੂ ਵਾਲੇ ਪਾਸੇ ਨੂੰ ਰਹਿ, ਗੁਰੂ ਦੀ ਗੱਲ ਸੁਣ, ਗੁਰੂ ਦੀ ਗੱਲ ਪੱਲੇ ਬੰਨ। ਫਿਰ ਜਿੰਨਾ ਮਰਜ਼ੀ ਤੂਫਾਨ ਆ ਜਾਣ, ਕੁਛ ਨਹੀਂ ਆਉਣ ਲੱਗਿਆ। ਬੜਾ ਸਮਰੱਥ ਆ, ਫਿਰ ਡੁੱਬਣ ਨਹੀਂ ਦਿੰਦਾ। ਤੋ ਇਹ ਲਹਿਰਾਂ ਜ਼ਿੰਦਗੀ 'ਚੋਂ ਹੀ ਆਉਂਦੀਆਂ, ਸਾਡੇ ਸੁਭਾਅ 'ਚੋਂ ਉੱਠਦੀਆਂ।
ठीक है ना जी। गुर की मत तू ले याने भगत बिना बहु डूबे सियाणे। ਜਿਹੜੇ ਸਿਆਣੇ ਸੀ ਨਾ, ਭਗਤੀ ਵਾਲਾ ਪੱਖ ਕਮਜ਼ੋਰ ਕਰ ਬੈਠੇ, ਵਿਚਾਰੇ ਡੁੱਬ ਗਏ, ਬੈਠੇ ਬਿਠਾਏ ਡੁੱਬ ਗਏ, ਬੈੱਡਾਂ ਤੇ ਬੈਠੇ ਡੁੱਬ ਗਏ ਨੇ, ਵੱਡੀਆਂ ਲਗਜ਼ਰੀ ਗੱਡੀਆਂ 'ਚ ਬੈਠੇ ਵਿਚਾਰੇ ਡੁੱਬ ਗਏ। ਸਮਝਣ ਲਈ ਸਾਡੇ ਰਾਜਨੇਤਾ ਵੇਖ ਲਓ, ਐਨੀ ਸਿਕਿਉਰਿਟੀ, ਇਹਨਾਂ ਨਾਲ ਬੰਦੇ, ਇਹਨਾਂ ਨੇ ਸਭ ਗੱਡੀਆਂ ਮਹਿੰਗੀਆਂ, ਸਭ ਕਮਾਲ, ਪਰ ਵਿਚਾਰੇ ਡੁੱਬ ਗਏ। ਕਿਸੇ ਨੂੰ ਰੇਤਾ ਦੀ ਲਹਿਰ ਖਾ ਗਈ ਤੇ ਕਿਸੇ ਨੂੰ ਬਜਰੀ ਦੀ ਖਾ ਗਈ। ਰੇਤਾ ਦੀ ਲਹਿਰ 'ਚ ਡੁੱਬ ਗਏ, ਬਜਰੀ ਦੀ ਲਹਿਰ 'ਚ ਡੁੱਬ ਗਏ, ਪਤਾ ਨਹੀਂ ਕਿੱਥੇ ਕਿੱਥੇ। ਵੇਖੋ ਤੁਸੀਂ ਇਧਰੋਂ ਕੱਲ ਤੁਸੀਂ ਖਬਰ ਪੜ੍ਹੀ ਹੋਣੀ, ਪਰਸੋਂ ਕਣਕ ਦੀ ਲਹਿਰ 'ਚ ਡੁੱਬ ਗਏ, ਕੁਛ 16 ਕਰੋੜ ਦੀ ਕਣਕ ਹੀ ਖਾ ਗਏ। ਕੋਈ ਪਤਾ ਲੱਗਦਾ ਕਿੱਥੇ ਡੁੱਬ ਜਾਣਾ। ਲੁੱਕ 'ਚ ਡੁੱਬ ਸਕਦਾ ਬੰਦਾ, ਸਰੀਏ 'ਚ ਡੁੱਬ ਸਕਦਾ, ਸ਼ਹੀਦਾਂ ਦੇ ਤਬੂਤ ਬਣਾ ਬਣਾ ਕੇ ਤਬੂਤਾਂ 'ਚ ਡੁੱਬ ਸਕਦੇ ਆ, ਕਫਨ ਖਾ ਸਕਦੇ ਆ। ਤੋਪ 'ਚ ਬੰਦਾ ਡੁੱਬਦਾ ਵੇਖਿਆ ਕਦੇ? ਤੋਪਾਂ 'ਚ ਡੁੱਬ ਜਾਂਦੇ ਆ, ਕੋਲੇ 'ਚ ਡੁੱਬ ਗਏ। ਖੋਲ ਕੇ ਵੇਖੋ, ਬੜਾ ਕੁਛ ਡੁੱਬ ਗਿਆ। ਤੋ ਇਹ ਲਹਿਰਾਂ ਫਿਰ ਇੱਕ ਵਾਰੀ ਵੇਖਿਓ। ਲੋਭ ਲਹਿਰ ਅਤ ਨਿਜਰ, ਬੜੀ ਕਠੋਰ ਤਕੜੀ, ਬਾਜੈ ਕਾਇਆ ਡੁੱਬੈ ਕੇਸ਼ਵਾ। ਇਹਦੇ 'ਚ ਡੁੱਬਦੇ ਜਾਂਦੇ ਆ ਰੱਬਾ, ਬੜੀ ਤਕੜੀ ਲਹਿਰ ਹੈ, ਡੁੱਬਦੇ ਜਾਂਦੇ ਆ, ਹਸਤੀ ਖਤਮ ਹੁੰਦੀ ਜਾਂਦੀ ਆ। ਤੋ ਧਿਆਨ ਰੱਖਿਓ ਜੀ, ਖਸਮ ਛੋੜ ਦੂਜਾ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਅਸੀਂ ਡੁੱਬਣਾ ਨਹੀਂ, ਸਤਿਗੁਰੂ ਨੂੰ ਬਾਂਹ ਫੜਾਈਏ, ਬਚੇ ਰਹੀਏ। ਪੜ੍ਹਦੀ ਜੇ ਸ਼ਲੋਕ ਮਹਿਲਾ ਪਹਿਲਾ। ਸਿਮਰ ਰੁਖ ਸਰਾਇਰਾ ਅਤ ਦੀਰਘ ਅਤ ਮੁਚ, ਹੋਏ ਜੇ ਆਵਹਿ ਆਸ ਕਰ, ਜਾਹੇ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵਹਿ ਪਤ। ਮਿੱਠਤ ਨੀਵੀ ਨਾਨਕਾ, ਗੁਣ ਚਗਿਆਈਆਂ ਤਤ। ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਤਰ ਤਰ ਆਜੂ ਤੋਲੀਐ, ਨਿਵੈ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਏ। ਸੀਸ ਨਿਵਾਇਐ ਕਿਆ ਥੀਐ, ਜਾਂ ਹਿਰਦੈ ਕਛੁਦੇ ਜਾਹੇ। ਪਹਿਲਾ ਪਹਿਲਾ। ਪੜ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗੁ ਸਮਾਧਨ। ਮੁਖ ਝੂਠ ਵਿਭੂਖਣ ਸਾਰਨ, ਤ੍ਰੈ ਪਾਲ ਤੇ ਹਾਲ ਵਿਚਾਰਨ। ਗਲ ਮਾਲਾ ਤਿਲਕ ਲਿਲਾਟੰ, ਦੋਏ ਧੋਤੀ ਵਸਤਰ ਕਪਾਟੰ। ਜੇ ਜਾਣਸ ਬ੍ਰਹਮ ਕਰਮੰ, ਸਭ ਫੋਕਟ ਨਿਸ਼ਚੋ ਕਰਮੰ। ਕਹੋ ਨਾਨਕ ਨਿਹਚੋ ਧਿਆਵੈ, ਬਿਨ ਸਤਿਗੁਰ ਵਾਟ ਨਾ ਪਾਵੈ। ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਨਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਭਾਵਨਾ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਨਾ। ਨੰਗਾ ਦੋਜ਼ਖ ਚਾਲਿਆ, ਤਾਂ ਦਿਸੈ ਖਰਾ ਡਰਾਵਨਾ। ਕਰ ਹੁਕਮ ਪਛਤਾਵਨਾ, ਕਰ ਹੁਕਮ ਪਛਤਾਵਨਾ। ਤੋ ਅੱਜ ਅਸੀਂ ਇਸ ਪਾਠ ਦੀ ਸਮੇਂ ਨੂੰ ਧਿਆਨ 'ਚ ਰੱਖਦੇ ਹਾਂ ਇੱਥੇ ਹੀ ਸਮਾਪਤੀ ਕਰ ਰਹੇ ਹਾਂ ਜੀ।